ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ, ਆਗੈ ਮਿਲੀ ਨਿਥਾਵੇ ਥਾਓ। ਗੁਰ ਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਬੀਜ ਮੰਤਰ ਹਰ ਕੀਰਤਨ ਗਾਓ, ਆਗੈ ਮਿਲੀ ਨਿਥਾਵੇ ਥਾਓ। ਗੁਰ ਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੈ ਵਾਸੈ। ਭਉ ਜਲ ਪਾਰ ਪਰਲਾ, ਹਰ ਹਰ ਜਾਪ ਜਪਲਾ। ਗੁਰ ਕਿਰਪਾ ਤੇ ਹਿਰਦੈ ਵਾਸੈ। ਭਉ ਜਲ ਪਾਰ ਪਰਲਾ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ, ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰਖਿਅਕ, ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ, ਅਸਬਾਬ-ਏ ਪਾਤਸ਼ਾਹੀ ਦੇ ਹਜ਼ੂਰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਬਾਰਗਾਹ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਮਿਹਰ ਕੀਤੀ ਹੈ ਕਿ ਨਵੇਂ ਦਿਨ ਦਾ ਆਗਾਜ਼ ਸਤਿਗੁਰੂ ਜੀ ਦੀ ਬਾਣੀ ਨੂੰ ਸ਼ਰਵਣ ਕਰਕੇ ਕਰ ਰਹੇ ਹਾਂ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਵਿੱਤਰ ਮੁੱਖ ਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਨ ਦੇ ਲਈ ਅਸੀਂ ਇਕੱਤਰ ਹੋਏ ਹਾਂ। ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸ਼ੀਸ਼ ਝੁਕਾ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਅਜਿਹੀ ਮਹਾਨ ਵਿਭੂਤੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚੋਂ ਰਹਿਮਤਾਂ ਦਾ ਮੀਂਹ
ਜਦੋਂ ਉਹਨਾਂ ਦੀ ਰੂਹ ਦੇ ਉੱਪਰ ਪਿਆ ਤੇ ਉਹਨਾਂ ਦੇ ਇਹਨਾਂ ਨੇਤਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖੜੇ ਨੂੰ ਤੱਕਿਆ ਤੇ ਉਹਨਾਂ ਦੀ ਅੰਤਰ ਆਤਮਾ ਸਰਸ਼ਾਰ ਹੋ ਗਈ। ਉਸ ਮਹਾਨ ਵਿਭੂਤੀ ਦੇ ਸਰੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਦੇਹੀ ਦੇ ਔਰੇ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਅਜਿਹਾ ਰੱਬੀ ਇਲਹਾਮ ਕੀਤਾ ਕਿ ਜਿਹੜਾ ਅੱਜ ਵੀ ਅਸੀਂ ਸੁਣਦੇ ਹਾਂ ਤੇ ਸਾਡੀ ਆਤਮਾ ਸਰਸ਼ਾਰ ਹੋ ਜਾਂਦੀ ਹੈ। ਉਹ ਰੱਬੀ ਇਲਹਾਮ, ਉਹ ਮਹਾਨ ਵਿਭੂਤੀ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੇ ਪਾਵਨ ਬੋਲ ਨੇ, ਕਹਿੰਦੇ ਆਵੇ ਹਯਾਤ ਮਾਂ ਸੁਖਨੇ ਪੀਰੇ ਕਾਮਲ ਅਸਤ ਦਿਲਹਾਏ ਮੁਰਦਾਰਾ ਬਾਕੁਨਦ ਜਿੰਦਾ ਉਹ ਖਲਾਸ। ਸਾਧ ਸੰਗਤ ਜੀ, ਪੂਰੇ ਗੁਰੂ ਦੇ ਬਚਨਾਂ ਨੂੰ ਸਰਵਣ ਕਰ ਰਹੇ ਹਾਂ ਔਰ ਇਹ ਉਹ ਬਚਨ ਨੇ ਜਿਹੜੇ ਸਾਡੇ ਮਨ ਨੂੰ ਜ਼ਿੰਦਾ ਕਰ ਦਿੰਦੇ ਨੇ, ਸਾਡੇ ਮਨ ਦੀ ਖਲਾਸੀ ਕਰ ਦਿੰਦੇ ਨੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਆਬੇ ਹਯਾਤ ਮਾਂ, ਕਹਿੰਦੇ ਪੂਰੇ ਗੁਰੂ ਦੇ ਬੋਲ ਮੇਰੇ ਲਈ ਜ਼ਿੰਦਗੀ ਦਾ ਅੰਮ੍ਰਿਤ ਨੇ। ਆਬੇ ਹਯਾਤ ਮਾਂ ਸੁਖਨੇ ਪੀਰੇ ਕਾਮਲ ਅਸਤ, ਸੁਖਨੇ ਦਾ ਭਾਵ ਹੁੰਦਾ ਹੈ ਬੋਲ, ਪੀਰੇ ਕਾਮਲ ਦਾ ਭਾਵ ਹੁੰਦਾ ਹੈ ਕਿ ਪੂਰਾ ਗੁਰੂ, ਪੀਰੇ ਕਾਮਲ ਅਸਤ ਦਿਲਹਾਏ ਮੁਰਦਾਰਾ। ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੁਹਾਡੀ ਸ਼ੋਅ ਨਹੀਂ ਸੀ ਤੇ ਇਹ ਦਿਲ ਐਵੇਂ ਸੀ ਜਿਵੇਂ ਮੁਰਦਾ ਸੀ। ਉਦੋਂ ਇਹ ਬਾਦਸ਼ਾਹਾਂ ਦੀ, ਦੁਨਿਆਵੀ ਰਾਜਿਆਂ ਦੀ ਉਸਤਤ ਕਰਿਆ ਕਰਦਾ ਸੀ। ਪਾਤਸ਼ਾਹ ਇਹ ਤੁਹਾਡੀ ਸ਼ੋਅ ਦੇ ਵਿੱਚ ਆ ਗਿਆ, ਇਹਨੇ ਤੁਹਾਡੀਆਂ ਰੱਬੀ ਰਿਸ਼ਮਾਂ ਨੂੰ ਮਾਣਿਆ, ਹੁਣ ਇਹ ਐਵੇਂ ਹੈ ਜਿਵੇਂ ਜਿੰਦਾ ਹੋ ਗਿਆ ਹੋਵੇ ਤੇ ਇਹਦੀ ਖਲਾਸੀ ਹੋ ਗਈ ਹੋਵੇ। ਸਾਧ ਸੰਗਤ ਜੀ, ਇਹ ਪਾਵਨ ਬੋਲ ਜਿਹੜੇ ਅਸੀਂ ਸਰਵਣ ਕੀਤੇ ਨੇ, ਹੁਕਮਨਾਮਾ ਸਾਹਿਬ, ਇਹ ਸਾਡੇ ਜੀਵਨ ਦੀ ਖਲਾਸੀ ਵੀ ਕਰਦੇ ਨੇ, ਇਹ ਸਾਡੇ ਮਨ ਨੂੰ ਜ਼ਿੰਦਾ ਵੀ ਕਰਦੇ ਨੇ। ਤੇ ਅੱਜ ਦੇ ਪਾਵਨ ਹੁਕਮ ਦੇ ਵਿੱਚ ਪਾਤਸ਼ਾਹ ਜੀ ਨੇ ਕੀ ਕਿਹਾ, ਆਓ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਕੱਦਸ ਅੰਗ 891 ਦੇ ਉੱਪਰ ਸੁਭਾਏਮਾਨ ਹੈ ਜੀ। ਬੀਜ ਮੰਤਰ ਹਰ ਕੀਰਤਨ ਗਾਓ। ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ। ਕਹਿਣ ਲੱਗੇ ਜਿਹੜਾ ਪਰਮਾਤਮਾ ਦਾ ਕੀਰਤਨ ਗਾਇਨ ਕਰਨਾ ਹੈ ਉਹ ਇਸ ਧਰਤੀ ਦਾ ਸ੍ਰੇਸ਼ਟ ਮੰਤਰ ਹੈ। ਜਿਸ ਦੇ ਹੱਥ ਦੇ ਵਿੱਚ ਕੋਈ ਨੁਕਤਾ ਆ ਜਾਂਦਾ ਹੈ, ਸ੍ਰੇਸ਼ਟ ਮੰਤਰ ਆ ਜਾਂਦਾ ਹੈ, ਸਾਧ ਸੰਗਤ ਜੀ, ਉਹਦਾ ਜੀਵਨ ਬੜਾ ਸੁਖਾਲਾ ਹੋ ਜਾਂਦਾ ਹੈ। ਕਈ ਵਾਰੀ ਕੋਈ ਕਾਰਜ ਅਸੀਂ ਜਦੋਂ ਕਰਦੇ ਹਾਂ ਤੇ ਕੰਮ ਸਾਨੂੰ ਕਰਨ ਲੱਗਿਆਂ ਔਖਾ ਲੱਗਦਾ ਹੈ, ਪਰ ਜਦੋਂ ਉਹਦਾ ਕੋਈ ਨੁਕਤਾ, ਕੋਈ ਢੰਗ ਸਾਡੇ ਹੱਥ ਦੇ ਵਿੱਚ ਆ ਜਾਂਦਾ ਤੇ ਕੰਮ ਬੜਾ ਸੁਖੈਲ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਪਰਮਾਤਮਾ ਦਾ ਕੀਰਤਨ ਕਰਨਾ ਇਸ ਧਰਤੀ ਦਾ ਸਭ ਤੋਂ ਸ੍ਰੇਸ਼ਟ ਮੰਤਰ ਹੈ। ਮਹਾਰਾਜ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਮਹਾਰਾਜ ਜੀ ਕਹਿੰਦੇ ਇਸ ਧਰਤੀ ਦੇ ਉੱਪਰ ਅਸੀਂ ਜਿੰਨੇ ਵੀ ਕੰਮ ਕਰਦੇ ਹਾਂ, ਜਿੰਨੇ ਵੀ ਕਾਰਜ ਕਰਦੇ ਹਾਂ, ਸਭ ਤੋਂ ਸ੍ਰੇਸ਼ਟ, ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਜਿਹੜਾ ਪੋਜ਼ਿਟਿਵ ਕਾਰਜ ਹੈ ਉਹ ਉਸ ਪਰਮਾਤਮਾ ਦੀ ਕੀਰਤੀ ਕਰਨਾ ਹੈ। ਹਰ ਕੀਰਤ ਸਾਧ ਸੰਗਤ ਹੈ, ਉਸ ਪਰਮਾਤਮਾ ਦੀ ਕੀਰਤੀ ਕਰਨੀ ਸਾਧ ਸੰਗਤ ਦੇ ਵਿੱਚ। ਕਹਿੰਦੇ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਕਹਿੰਦੇ ਉਹਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਜਿਸ ਦੇ ਪੂਰਬਲੇ ਕਰਮ ਹੋਣ। ਮਹਾਰਾਜ ਕਹਿੰਦੇ ਨੇ ਗ੍ਰਹਿ ਤਾਕੈ ਬਸੰਤ ਗਣੀ, ਜਾ ਕੈ ਕੀਰਤਨ ਹਰ ਧੁਨੀ। ਕਹਿਣ ਲੱਗੇ ਉਹਦੇ ਘਰ ਦੇ ਵਿੱਚ ਬਸੰਤ ਵਰਗਾ ਮਾਹੌਲ ਹੁੰਦਾ ਹੈ, ਜਿਹਦੇ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਦੀ ਧੁਨੀ ਚੱਲਦੀ ਹੈ। ਹੁਣ ਬਸੰਤ ਦਾ ਮਾਹੌਲ ਕਿਹੋ ਜਿਹਾ ਹੁੰਦਾ ਸਾਧ ਸੰਗਤ ਜੀ? ਅੰਬਾਂ ਨੂੰ ਉਸ ਸਮੇਂ ਬੂਰ ਪੈਂਦਾ, ਸਰੋਂ ਦੇ ਉੱਪਰ ਫੁੱਲ ਆ ਜਾਂਦੇ ਨੇ,
ਫੁੱਲਾਂ ਦੇ ਉੱਪਰ ਭੌਰੇ ਮੰਡਰਾਉਂਦੇ ਨੇ, ਹਰ ਪਾਸੇ ਬਨਸਪਤੀ ਖਿੜੀ ਹੁੰਦੀ ਹੈ ਤੇ ਮਹਾਰਾਜ ਕਹਿਣ ਲੱਗੇ ਕਿ ਜਿਹਦੇ ਘਰ ਦੇ ਵਿੱਚ ਹਰੀ ਪਰਮਾਤਮਾ ਦੀ ਕੀਰਤੀ ਦਾ ਗਾਇਨ ਹੁੰਦਾ ਹੈ, ਉਹਦਾ ਘਰ ਐਵੇਂ ਹੁੰਦਾ ਹੈ ਜਿਵੇਂ ਬਸੰਤ ਹੁੰਦਾ ਹੈ, ਜਿਵੇਂ ਬਸੰਤ ਦਾ ਖੇੜਾ ਹੁੰਦਾ ਹੈ। ਸਾਧ ਸੰਗਤ ਜੀ, ਅਜੋਕੇ ਸਮੇਂ ਦੇ ਦੌਰਾਨ ਅਸੀਂ ਵੇਖਦੇ ਹਾਂ ਕਿ ਮਨੁੱਖਤਾ ਦੇ ਵਿੱਚ, ਸਮਾਜ ਦੇ ਵਿੱਚ ਬਹੁਤ ਡਿਪਰੈਸ਼ਨ ਹੈ। ਡਿਪਰੈਸ਼ਨ ਦੀ ਦਵਾਈ ਲੈਣ ਦੇ ਲਈ ਲੋਕ ਇੱਥੋਂ ਤੱਕ ਕਿ ਮੋਟੀਵੇਸ਼ਨਲ ਲੈਕਚਰ ਲੈਂਦੇ ਨੇ, ਔਰ ਉਹਨਾਂ ਮੋਟੀਵੇਸ਼ਨਲ ਲੈਕਚਰਸ ਦੇ ਵਿੱਚ ਬਹੁਤ ਸਾਰੇ ਪੈਸੇ ਖਰਚਦੇ ਨੇ। 10-10 ਹਜ਼ਾਰ ਦਾ, 5-5 ਹਜ਼ਾਰ ਦਾ ਇੱਕ ਲੈਕਚਰ ਲਿਆ ਜਾਂਦਾ ਹੈ। ਮਨੋਚਿਕਿਤਸਕ ਡਾਕਟਰਾਂ ਦੇ ਕੋਲੋਂ ਜਾ ਕੇ ਕਲਾਸ ਲਈ ਜਾਂਦੀ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਕਿ ਤੈਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਕੇਵਲ ਪਰਮਾਤਮਾ ਦੀ ਬੰਦਗੀ ਕਰ, ਪਰਮਾਤਮਾ ਦੀ ਭਗਤੀ ਕਰ ਤੇ ਤੇਰੇ ਘਰ ਦੇ ਵਿੱਚ ਆਨੰਦ ਆ ਜਾਏਗਾ, ਤੇਰੇ ਘਰ ਦੇ ਵਿੱਚ ਖੇੜਾ ਆ ਜਾਏਗਾ। ਇੱਕ ਸਾਧ ਸੰਗਤ ਜੀ, ਦਿਮਾਗੀ ਸਰਜਨ ਡਾਕਟਰ ਹੋਇਆ ਜਿਸ ਦਾ ਨਾਮ ਐਕਲਸ ਆਇਆ। ਐਕਲਸ ਨੇ ਇੱਕ ਅਧਿਐਨ ਕੀਤਾ। ਉਸ ਅਧਿਐਨ ਦੇ ਦੌਰਾਨ ਉਹਨੇ ਬੜਾ ਕਮਾਲ ਦਾ ਨੁਕਤਾ ਦੁਨੀਆ ਦੇ ਸਾਹਮਣੇ ਰੱਖਿਆ। ਉਹ ਕਹਿੰਦਾ ਕਿ ਜਿਹੜਾ ਮਨੁੱਖੀ ਦਿਮਾਗ ਹੈ, ਇਹਦਾ ਜਿਹੜਾ ਖੱਬਾ ਪਾਸਾ ਹੈ, ਸਾਰੇ ਇਨਸਾਨੀ ਕਰਮ ਇਸ ਖੱਬੇ ਪਾਸੇ ਤੋਂ ਹੁੰਦੇ ਆ। ਤੁਸੀਂ ਬੜੀ ਵਾਰੀ ਸੁਣਿਆ ਹੋਵੇਗਾ, ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਖੱਬੇ ਪੱਖੀ ਧਿਰ ਨੇ ਆਹ ਗੱਲ ਕਹੀ, ਖੱਬੇ ਪੱਖੀ ਧਿਰ ਨੇ ਫਲਾਣੀ ਗੱਲ ਕਹੀ। ਕਹਿਣ ਤੋਂ ਭਾਵ ਕਿ ਜਿਹੜੇ ਲੋਕ ਤਰਕ ਤੇ ਗੱਲ ਕਰਦੇ ਆ, ਦਲੀਲ ਤੇ ਗੱਲ ਕਰਦੇ ਆ, ਬੌਧਿਕ ਚੇਤਨਤਾ ਤੇ ਗੱਲ ਕਰਦੇ ਆ, ਉਹਨਾਂ ਨੂੰ ਖੱਬੇ ਪੱਖੀ ਕਿਹਾ ਜਾਂਦਾ। ਐਕਲਸ ਕਹਿੰਦਾ ਜਿਹੜਾ ਸਾਡਾ ਸੱਜਾ ਦਿਮਾਗ ਹੁੰਦਾ, ਬਹੁਤੀ ਵਾਰੀ ਇਹ ਸੁੱਤਾ ਰਹਿੰਦਾ, ਇਹ ਜਾਗਦਾ ਉਦੋਂ ਹੈ ਜਦੋਂ ਕਹਿੰਦਾ ਇਹ ਰਾਗ ਦੇ ਵਿੱਚ ਆ ਜਾਂਦਾ ਹੈ, ਜਦੋਂ ਇਹ ਰਾਗ ਨੂੰ ਸਰਵਣ ਕਰਦਾ ਹੈ, ਜਦੋਂ ਇਹ ਕੀਰਤਨ ਨੂੰ ਸਰਵਣ ਕਰਦਾ ਹੈ, ਉਦੋਂ ਸਾਡਾ ਜਿਹੜਾ ਸੱਜਾ ਪਾਸਾ ਉਹ ਜਾਗਦਾ। ਨਹੀਂ ਤਾਂ ਸਾਡੇ ਸਰੀਰ ਦੇ ਵਿੱਚ ਖੱਬੇ ਪਾਸੇ ਦੇ ਕਾਰਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿਕਾਰ ਪੈਦਾ ਹੋਏ ਹੁੰਦੇ ਆ, ਇਹਨਾਂ ਨੂੰ ਉਦੋਂ ਠੰਡ ਪੈਂਦੀ ਹੈ, ਉਦੋਂ ਠੱਲ ਪੈਂਦੀ ਹੈ ਜਦੋਂ ਸਾਡਾ ਸੱਜਾ ਪਾਸਾ ਦਿਮਾਗ ਦਾ ਕੰਮ ਕਰਦਾ ਹੈ। ਇਹ ਤਾਂ ਹੀ ਕੰਮ ਕਰਦਾ ਹੈ ਜਦੋਂ ਅਸੀਂ ਕੀਰਤਨ ਕਰਦੇ ਹਾਂ, ਜਦੋਂ ਰਾਗ ਦੇ ਵਿੱਚ ਜੁੜਦੇ ਹਾਂ। ਹੁਣ ਸਾਧ ਸੰਗਤ ਜੀ, ਤੁਸੀਂ ਧਿਆਨ ਦਿਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਭਾਈ ਮਰਦਾਨਾ ਦੇ ਨਾਲ ਸੰਸਾਰ ਦੀ ਯਾਤਰਾ ਦੇ ਉੱਪਰ ਨਿਕਲਦੇ ਨੇ, ਤੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਉਹ ਰਬਾਬ ਦੀ ਬਖਸ਼ਿਸ਼ ਕਰਦੇ ਨੇ। ਭਾਈ ਫਰੰਦਾ ਜੀ ਕੋ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਉਂਦੇ ਨੇ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤੇ ਭਾਈ ਮਰਦਾਨਾ ਜੀ ਰਾਗ ਨੇ, ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਹੈ। ਜਦੋਂ ਬਾਣੀ ਦਾ ਤੇ ਰਾਗ ਦਾ ਸੁਮੇਲ ਹੁੰਦਾ ਹੈ, ਫਿਰ ਉਹ ਚੜਿਆ ਸੋਧਨ ਧਰਤ ਲੁਕਾਈ, ਉਹ ਲੁਕਾਈ ਨੂੰ ਸੋਧਨ ਦੇ ਲਈ ਚਲੇ ਜਾਂਦੇ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਕਹਿ ਦਿੰਦੇ ਨੇ, ਕਹਿਣ ਲੱਗੇ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜਾਂਦੇ, ਜਿੱਥੇ ਜਿੱਥੇ ਵੀ ਭਾਈ ਮਰਦਾਨਾ ਜੀ ਜਾਂਦੇ, ਉੱਥੇ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ। ਉੱਥੇ ਉੱਥੇ ਹੀ ਧਰਮਸ਼ਾਲਾ ਸਥਾਪਿਤ ਕਰਦੇ, ਉੱਥੇ ਹੀ ਕੀਰਤੀ ਹੁੰਦੀ, ਤੇ ਕੀਰਤੀ ਵੀ ਐਵੇਂ ਦੀ ਜਿਵੇਂ ਵਿਸਾਖੀ ਦਾ ਮਾਹੌਲ ਹੋਵੇ, ਜਿਵੇਂ ਆਨੰਦ ਦਾ ਮਾਹੌਲ ਹੋਵੇ। ਕਹਿਣ ਤੋਂ ਭਾਵ ਕਿ ਬੀਜ ਮੰਤਰ ਹਰ ਕੀਰਤਨ ਗਾਓ। ਹਰੀ ਪਰਮਾਤਮਾ ਦਾ ਜਿਹੜਾ ਕੀਰਤਨ ਹੈ, ਉਹ ਇਸ ਧਰਤੀ ਦਾ ਸਭ ਤੋਂ ਸ੍ਰੇਸ਼ਟ ਬੀਜ ਮੰਤਰ ਹੈ, ਸਭ ਤੋਂ ਸ੍ਰੇਸ਼ਟ ਨੁਕਤਾ ਹੈ। ਸਾਧ ਸੰਗਤ ਜੀ, ਰਤਨ ਸਿੰਘ ਭੰਗੂ ਸਾਹਿਬ ਦੀ ਲਿਖਤ ਦੇ ਵਿੱਚੋਂ ਇੱਕ ਬੋਲ ਤੁਹਾਡੇ ਨਾਲ ਸਾਂਝਾ ਕਰਦਾ। 18ਵੀਂ ਸਦੀ ਦੇ ਸਿੱਖਾਂ ਦੇ ਹੱਥ ਦੇ ਵਿੱਚ ਵੀ ਇੱਕ ਅਜਿਹਾ ਨੁਕਤਾ ਆਇਆ ਜਿਹੜਾ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਨਹੀਂ ਸੀ ਜਾਣ ਦਿੰਦਾ। ਮੈਂ ਅੱਗੇ ਬੇਨਤੀ ਕੀਤੀ, ਅਜੋਕੇ ਸਮੇਂ ਦੇ ਦੌਰਾਨ ਘਰਾਂ ਦੇ ਵਿੱਚ ਡਿਪਰੈਸ਼ਨ ਹੈ, ਸਮਾਜ ਦੇ ਵਿੱਚ ਡਿਪਰੈਸ਼ਨ ਹੈ। ਡਿਪਰੈਸ਼ਨ ਦੇ ਮਰੀਜ਼ ਪਹਿਲਾਂ ਸੁਣਦੇ ਸਾਂ ਅਸੀਂ ਕਿ ਪੱਛਮੀ ਦੇਸ਼ਾਂ ਦੇ ਵਿੱਚ ਬਹੁਤ ਨੇ, ਲੇਕਿਨ ਹੁਣ ਕੀ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਧਾਰਮਿਕ ਕਰਮ ਬਹੁਤ ਕੀਤੇ ਜਾਂਦੇ ਆ, ਇੱਥੇ ਵੀ ਡਿਪਰੈਸ਼ਨ ਦੇ ਬਹੁਤ ਸਾਰੇ ਮਰੀਜ਼ ਹੋ ਰਹੇ ਨੇ। ਡਿਪਰੈਸ਼ਨ ਦੀਆਂ ਗੋਲੀਆਂ ਖਾਧੀਆਂ ਜਾਂਦੀਆਂ, ਪਰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਤੇਰਾ ਡਿਪਰੈਸ਼ਨ ਦੂਰ ਹੋ ਜਾਏਗਾ। ਅਸੀਂ ਨੁਕਤਾ ਵੇਖਦੇ ਹਾਂ, ਉਹ ਬੀਜ ਮੰਤਰ ਵੇਖਦੇ ਹਾਂ ਜਿਹੜਾ 18ਵੀਂ ਸਦੀ ਦੇ ਸਿੱਖਾਂ ਦੇ ਹੱਥ ਦੇ ਵਿੱਚ ਆ ਗਿਆ। ਰਤਨ ਸਿੰਘ ਭੰਗੂ ਸਾਹਿਬ ਨੇ ਉਸ ਬੀਜ ਮੰਤਰ ਦੀ, ਸਾਧ ਸੰਗਤ ਜੀ, ਸਾਡੇ ਨਾਲ ਗੱਲ ਕੀਤੀ ਹੈ, ਬਾਤ ਪਾਈ ਹੈ। ਔਰ ਮੈਂ ਗਰੰਟੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਹਿ ਕੇ ਇਹ ਗੁਜ਼ਾਰਿਸ਼ ਤੁਹਾਡੇ ਚਰਨਾਂ ਦੇ ਵਿੱਚ ਕਰਦਾ ਹਾਂ ਕਿ ਅੱਜ ਜੇ ਇਹ ਬੀਜ ਮੰਤਰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਵਸਾ ਲਵਾਂਗੇ ਨਾ, ਤੇ ਸਾਡੇ ਘਰਾਂ ਦੇ ਵਿੱਚ ਵੀ, ਸਾਡੇ ਹਿਰਦੇ ਘਰ ਦੇ ਵਿੱਚ ਵੀ ਚੜ੍ਹਦੀ ਕਲਾ ਹੋ ਜਾਏਗੀ। ਰਤਨ ਸਿੰਘ ਭੰਗੂ ਸਾਹਿਬ ਕੀ ਕਹਿੰਦੇ ਨੇ? ਭੰਗੂ ਸਾਹਿਬ ਕਹਿੰਦੇ ਨੇ 18ਵੀਂ ਸਦੀ ਦਾ ਸਿੱਖ ਜੰਗਲਾਂ ਦੇ ਵਿੱਚ ਗਿਆ ਹੋਇਆ, ਬਾਹਰੀ ਤੌਰ ਤੇ ਸਮਾਜਿਕ ਤੌਰ ਤੇ ਮੰਦੜੇ ਹਾਲ ਨੇ, ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਪਈ ਹੈ, ਲੇਕਿਨ ਸਿੱਖਾਂ ਦੇ ਕੋਲੋਂ ਇੱਕ ਬੀਜ ਮੰਤਰ ਹੈ। ਅੱਜ ਸਾਡੇ ਕੋਲੋਂ ਸਭ ਕੁਝ ਹੈ, ਵਧੀਆ ਘਰ ਨੇ, ਵਧੀਆ ਗੱਡੀਆਂ ਨੇ, ਵਧੀਆ ਰਹਿਣ ਸਹਿਣ ਹੈ, ਵਧੀਆ ਖਾਣੇ ਆ, ਵਧੀਆ ਪਾਉਨੇ ਆ,
ਪਰ ਬੌਧਿਕ ਤੌਰ ਤੇ ਡਿਪਰੈਸ਼ਨ ਦੇ ਵਿੱਚ ਆ। ਉਸ ਸਮੇਂ ਸਿੱਖਾਂ ਦੇ ਕੋਲੋਂ ਗੱਡੀਆਂ ਕੋਈ ਨਹੀਂ, ਘਰ ਘਾਟ ਕੋਈ ਨਹੀਂ, ਘੋੜੇ ਵੀ ਦੁਰਲਭ ਨੇ, ਖਾਣ ਦੇ ਲਈ ਪ੍ਰਸ਼ਾਦਾ ਵਧੀਆ ਨਹੀਂ, ਪਰ ਸਿੱਖ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਦੇ ਕੋਲੋਂ ਬੀਜ ਮੰਤਰ ਕਿਹੜਾ ਹੈ? ਜਿਹੜੇ ਬੀਜ ਮੰਤਰ ਦੀ ਗੁਰੂ ਸਾਹਿਬ ਗੱਲ ਕਰ ਰਹੇ ਨੇ, ਬੀਜ ਮੰਤਰ ਇਹ ਸੀ। ਰਤਨ ਸਿੰਘ ਭੰਗੂ ਸਾਹਿਬ ਕਹਿੰਦੇ ਨੇ, ਕਹਿੰਦੇ ਨਾਹੇ ਖਜ਼ਾਨੋ ਸਿੰਘਣ ਪਾਸ, ਸ਼ਸਤਰ ਬਸਤਰ ਹੀਣ ਸੁਖਾਸ। ਕਹਿਣ ਲੱਗੇ ਸਿੰਘਾਂ ਦੇ ਕੋਲੋਂ ਕੋਈ ਖਜ਼ਾਨਾ ਨਹੀਂ, ਉਹਨਾਂ ਦੇ ਕੋਲੋਂ ਚੰਗੇ ਸ਼ਸਤਰ ਨਹੀਂ, ਚੰਗੇ ਬਸਤਰ ਨਹੀਂ। ਨਾਹੇ ਜ਼ਖੀਰੋ ਸਿੰਘਣ ਪਾਸ, ਸ਼ਸਤਰ ਬਸਤਰ ਹੀਣ ਸੁਖਾਸ। ਨਾਂਗੇ ਖਰੇ ਉਹ ਭੂਖੇ ਪਿਆਸੇ, ਦਾਰੂ ਸਿੱਕਾ ਨਾਹੀ ਕਿਛ ਪਾਸੇ। ਕਹਿੰਦੇ ਉਹ ਸਰੀਰਕ ਤੌਰ ਤੇ ਕੱਪੜੇ ਐਵੇਂ ਪਾਟੇ ਹੋਏ ਨੇ ਜਿਵੇਂ ਨੰਗੇਜ਼ ਵੀ ਨਹੀਂ ਉਹਨਾਂ ਦਾ ਢੱਕ ਰਹੇ। ਨਾਂਗੇ ਖਰੇ ਉਹ ਭੂਖੇ ਪਿਆਸੇ, ਉਹ ਭੁੱਖੇ ਨੇ ਪਿਆਸੇ ਨੇ। ਦਾਰੂ ਸਿੱਕਾ, ਅਸਤਰ ਸ਼ਸਤਰ ਕੋਈ ਨਹੀਂ, ਗੋਲੀਆਂ ਕੋਈ ਨਹੀਂ। ਦਾਰੂ ਸਿੱਕਾ ਨਹੀਂ ਕਿਛ ਪਾਸੇ। ਅੱਗੇ ਕਹਿੰਦੇ ਹਾਟ ਪਟਨ ਬਾਜ਼ਾਰ ਸੁ ਨਾਹੀ। ਮੈਂ ਫਿਰ ਗੁਜ਼ਾਰਿਸ਼ ਕਰਦੇ ਹਾਂ, ਅਖੀਰ ਦੇ ਵਿੱਚ ਬੀਜ ਮੰਤਰ ਦੀ ਗੱਲ ਹੋਊਗੀ। ਜਿਹੜਾ ਬੀਜ ਮੰਤਰ, ਸ੍ਰੇਸ਼ਟ ਮੰਤਰ, ਜਿਹੜਾ ਨੁਕਤਾ ਸਾਨੂੰ ਅੱਜ ਚਾਹੀਦਾ ਹੈ ਕਿ ਸਾਡਾ ਜੀਵਨ ਚੜ੍ਹਦੀ ਕਲਾ ਦੇ ਵਿੱਚ ਆ ਜਾਏ। ਦਾਰੂ ਸਿੱਕਾ ਨਹੀਂ ਕਿਛ ਪਾਸੇ, ਹਾਟ ਪਟਨ ਬਾਜ਼ਾਰ ਸੁ ਨਾਹੀ। ਰੋਗੀ ਔਖਦ ਬਿਨ ਮਰ ਜਾਹੀ। ਗੁਰ ਬਚਨ ਕੀ ਉਨ ਮਨ ਆਸ, ਯਹੀ ਖਜ਼ਾਨੋ ਸਿੰਘਣ ਪਾਸ। ਕਿਆ ਬਾਤ ਹੈ। ਕਹਿੰਦੇ ਗੁਰੂ ਦੇ ਬਚਨਾਂ ਦੀ ਉਹਨਾਂ ਦੇ ਮਨ ਨੂੰ ਆਸ ਸੀ, ਇਹੀ ਉਹਨਾਂ ਦੇ ਕੋਲੋਂ ਬੀਜ ਮੰਤਰ ਸੀ, ਇਹੀ ਉਹਨਾਂ ਦੇ ਕੋਲੋਂ ਖਜ਼ਾਨਾ ਸੀ। ਸਾਧ ਸੰਗਤ ਜੀ, ਮੌਜੂਦਾ ਸਮੇਂ ਦੇ ਵਿੱਚ ਵੀ ਸਾਨੂੰ ਲੋੜ ਹੈ ਕਿ ਜਿਹੜੇ ਗੁਰੂ ਕੇ ਬਚਨ ਹੈ, ਗੁਰੂ ਕੇ ਬਚਨਾਂ ਦੇ ਉੱਪਰ ਜੀ ਕੇ, ਗੁਰੂ ਕੇ ਬਚਨਾਂ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਕਰੀਏ, ਤਾਂ ਜੋ ਇਹ ਬੀਜ ਮੰਤਰ ਸਾਡੇ ਹੱਥ ਦੇ ਵਿੱਚ ਆ ਜਾਏ। ਆਗੈ ਮਿਲੀ ਨਿਥਾਵੇ ਥਾਉ। ਕਹਿੰਦੇ ਜਦੋਂ ਬੀਜ ਮੰਤਰ ਕੀਰਤਨ ਦਾ ਗਾਇਨ ਕਰਦੇ ਆ ਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਨਿਥਾਵਿਆਂ ਨੂੰ ਥਾਂ ਮਿਲ ਜਾਂਦਾ ਹੈ। ਜਿਹਦੇ ਕੋਲੋਂ ਕਿਸੇ ਚੀਜ਼ ਦੀ ਕੋਈ ਆਸ ਨਾ ਹੋਵੇ, ਜਿਸ ਮਨੁੱਖ ਨੂੰ, ਉਹਨੂੰ ਕੋਈ ਵੱਡੀ ਪ੍ਰਾਪਤੀ ਹੋ ਜਾਏ ਤੇ ਉਹਦਾ ਜਿਹੜਾ ਅੰਦਰ ਹੁੰਦਾ ਹੈ, ਉਹਦਾ ਖੇੜਾ ਉਹੀ ਸਮਝ ਸਕਦਾ ਹੈ ਜਿਹਨੂੰ ਉਹ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਜੇ ਤੂੰ ਨਿਥਾਵਾਂ ਹੈ, ਤੇਰੇ ਮਨ ਦੇ ਵਿੱਚ ਹਲਚਲ ਹੈ, ਮਨ ਦੇ ਵਿੱਚ ਟਿਕਾ ਨਹੀਂ, ਇੱਕ ਕੰਮ ਕਰ, ਪਰਮਾਤਮਾ ਦਾ ਬੀਜ ਮੰਤਰ ਗੁਰਬਾਣੀ ਕੀਰਤਨ ਗਾਇਨ ਕਰ। ਉਹਦੇ ਨਾਲ ਕੀ ਹੋਵੇਗਾ ਕਿ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਮਿਲ ਜਾਏਗੀ। ਤੂੰ ਨਿਥਾਵਾਂ, ਤੈਨੂੰ ਥਾਂ ਮਿਲ ਜਾਏਗੀ। ਗੁਰ ਪੂਰੇ ਕੀ ਚਰਣੀ ਲਾਗ। ਤੂੰ ਪੂਰੇ ਗੁਰੂ ਦੇ ਚਰਨੀ ਲੱਗ, ਕਿਉਂਕਿ ਪੂਰਾ ਗੁਰੂ ਹੀ ਤੈਨੂੰ ਪਾਰ ਉਤਾਰਨ ਦੇ ਸਮਰੱਥ ਹੈ। ਜਨਮ ਜਨਮ ਕਾ ਸੋਇਆ ਜਾਗ। ਗੁਰੂ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ। ਕਹਿੰਦੇ ਬੀਜ ਮੰਤਰ ਕੀਰਤਨ ਤੂੰ ਗਾਇਨ ਕੀਤਾ, ਗੁਰੂ ਦੇ ਚਰਨੀ ਲੱਗ ਗਿਆ, ਤੇ ਪੂਰੇ ਗੁਰੂ ਦੇ ਚਰਨੀ ਲੱਗ ਕੇ ਤੇਰੇ ਜੀਵਨ ਦੇ ਵਿੱਚ ਬਦਲਾਵ ਕੀ ਆਇਆ? ਜਨਮ ਜਨਮ ਕਾ ਸੋਇਆ ਜਾਗ। ਤੂੰ ਜਨਮਾਂ ਜਨਮਾਂਤਰਾਂ ਦਾ ਜਿਹੜਾ ਸੁੱਤਾ ਹੋਇਆ ਉਹ ਜਾਗ ਲੈ। ਹੁਣ ਸਾਧ ਸੰਗਤ, ਸੌਣਾ ਕੇਵਲ ਅੱਖਾਂ ਮੀਟ ਕੇ ਸੌਣਾ ਹੀ ਨਹੀਂ ਹੁੰਦਾ। ਕਈ ਵਾਰੀ ਮਨੁੱਖ ਜਾਗਦੀਆਂ ਅੱਖਾਂ ਦੇ ਨਾਲ ਵੀ ਸੁੱਤਾ ਹੁੰਦਾ ਹੈ, ਕਈ ਵਾਰੀ ਮਨੁੱਖ ਜਾਗਦਾ ਹੋਇਆ ਵੀ ਸੁੱਤਾ ਹੁੰਦਾ। ਇਸ ਤੋਂ ਪਹਿਲਾਂ ਕਿ ਇਸ ਪੰਕਤੀ ਦਾ ਅਸੀਂ ਹੋਰ ਖੁਲਾਸਾ ਕਰੀਏ, ਭਾਈ ਨੰਦ ਲਾਲ ਜੀ ਦੇ ਦੋ ਬੋਲ ਮੇਰੇ ਜ਼ਿਹਨ ਦੇ ਵਿੱਚ ਆ ਰਹੇ ਨੇ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਾਗਦਾ ਕੌਣ ਹੈ, ਚੇਤਨ ਕੌਣ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ, ਤਾਲਬੇ ਮੌਲਾ ਹਮੇਸ਼ਾ ਜ਼ਿੰਦਾਸਤ। ਤਾਲਬੇ ਮੌਲਾ ਦਾ ਭਾਵ ਹੈ ਕਿ ਪਰਮਾਤਮਾ ਨੂੰ ਜਾਣਨ ਵਾਲਾ, ਪਰਮਾਤਮਾ ਦਾ ਚਿੰਤਨ ਕਰਨ ਵਾਲਾ। ਤਾਲਬੇ ਮੌਲਾ ਹਮੇਸ਼ਾ ਜ਼ਿੰਦਾਸਤ। ਕਹਿੰਦੇ ਤਾਂ ਪਰਮਾਤਮਾ ਨੂੰ ਜਾਣਨ ਵਾਲਾ ਹਮੇਸ਼ਾ ਜ਼ਿੰਦਾ ਰਹਿੰਦਾ ਹੈ, ਹਮੇਸ਼ਾ ਜਾਗਦਾ ਰਹਿੰਦਾ ਹੈ, ਹਮੇਸ਼ਾ ਚੇਤਨ ਰਹਿੰਦਾ ਹੈ। ਕਹਿੰਦੇ ਉਹਦੀ ਚੇਤਨਤਾ ਦਾ ਕਾਰਨ ਕੀ ਹੁੰਦਾ ਹੈ? ਬਰਜੁਬਾਨਸ਼ ਜ਼ਿਕਰੇ ਸੁਭਾਨ ਅਸਤੋ ਬਸ। ਕਹਿੰਦੇ ਉਹ ਤਾਂ ਜਿੰਦਾ ਰਹਿੰਦਾ ਹੈ, ਉਹ ਤਾਂ ਚੇਤਨ ਰਹਿੰਦਾ ਹੈ ਕਿ ਉਹਦੀ ਜ਼ੁਬਾਨ ਦੇ ਉੱਪਰ ਹਮੇਸ਼ਾ ਪਰਮਾਤਮਾ ਦਾ ਜ਼ਿਕਰ ਰਹਿੰਦਾ। ਬਰਜੁਬਾਨਸ਼, ਉਹਦੀ ਜ਼ੁਬਾਨ ਦੇ ਉੱਪਰ ਜ਼ਿਕਰੇ ਸੁਭਾਨ ਅਸਤੋ ਬਸ, ਉਹ ਪਰਮਾਤਮਾ ਦਾ ਜ਼ਿਕਰ ਰਹਿੰਦਾ ਹੈ। ਉਹ ਤਾਂ ਬੌਧਿਕ ਤੌਰ ਤੇ ਚੇਤਨ ਰਹਿੰਦਾ ਹੈ, ਉਹ ਤਾਂ ਬੌਧਿਕ ਤੌਰ ਤੇ ਜਾਗਦਾ ਰਹਿੰਦਾ ਹੈ। ਸਾਧ ਸੰਗਤ ਜੀ, ਜਦੋਂ ਜਦੋਂ ਸਿੱਖ ਬੌਧਿਕ ਤੌਰ ਤੇ ਜਾਗਦੇ ਰਹੇ, ਉਦੋਂ ਸਿੱਖਾਂ ਨੇ ਦੁਨੀਆ ਦੀਆਂ ਤਮਾਮ ਸਲਤਨਤਾਂ ਦੇ, ਜਿਨ੍ਹਾਂ ਜ਼ਾਲਮਾਂ ਦੇ ਵੀ ਮੂੰਹ ਮੋੜ ਕੇ ਰੱਖ ਦਿੱਤੇ। ਜਦੋਂ ਜਦੋਂ ਅਸੀਂ ਬੌਧਿਕ ਤੌਰ ਤੇ ਚੇਤਨ ਨਹੀਂ ਹੋਵਾਂਗੇ, ਆਤਮਿਕ ਤੌਰ ਤੇ ਚੇਤਨ ਨਹੀਂ ਹੋਵਾਂਗੇ, ਤਿਉਂ ਦੁਸ਼ਮਣ ਸਾਡੇ ਉੱਪਰ ਹਮਲਾ ਕਰੇਗਾ। ਕੱਲ੍ਹ ਪਰਸੋਂ ਦੀ ਮੈਂ ਖਬਰ ਪੜ੍ਹ ਰਿਹਾ ਸਾਂ, ਯੂਪੀ ਦੇ ਵਿੱਚ
ਇੱਕ ਸਕੂਲ ਵੱਲੋਂ ਖਾਲਸਾ ਪੰਥ ਦੇ ਬੱਚਿਆਂ ਨੂੰ ਇਹ ਗੱਲ ਕਹੀ ਕਿ ਜੇਕਰ ਤੁਸੀਂ ਇਸ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਤੁਹਾਨੂੰ ਦਸਤਾਰ ਦਾ ਤਿਆਗ ਕਰਨਾ ਪਵੇਗਾ, ਤੁਹਾਨੂੰ ਕੜੇ ਦਾ ਤਿਆਗ ਕਰਨਾ ਪਵੇਗਾ, ਤੁਹਾਨੂੰ ਗਾਤਰੇ ਦਾ, ਸ਼੍ਰੀ ਸਾਹਿਬ ਦਾ ਤਿਆਗ ਕਰਨਾ ਪਵੇਗਾ। ਤੇ ਮੈਂ ਬੜਾ ਹੈਰਾਨ ਹੋਇਆ, ਬੜੀ ਹੈਰਾਨੀ ਦੀ ਇਹ ਗੱਲ ਹੈ ਸਾਧ ਸੰਗਤ ਜੀ। ਇਹ ਸਮੁੱਚਾ ਹਿੰਦੁਸਤਾਨ 200 ਸਾਲ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ, 200 ਸਾਲ ਤੱਕ। ਤੇ ਪੰਜਾਬ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਅਦ ਅੰਗਰੇਜ਼ਾਂ ਦੀ ਗੁਲਾਮ ਹੋਈ ਹੈ, ਉਹ ਵੀ ਲਗਭਗ 100 ਸਾਲ ਤੱਕ। ਸਾਧ ਸੰਗਤ ਜੀ, ਜਦੋਂ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਲੜੀ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਸੀ ਭਾਰਤ ਦੀ ਆਜ਼ਾਦੀ ਦੇ ਲਈ, ਆਪਣੇ ਸਵੈਮਾਨ ਦੇ ਲਈ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਈ, ਭਾਵੇਂ ਉਹ ਫੇਰੂ ਸ਼ਹਿਰ ਦੀ ਜੰਗ ਸੀ, ਭਾਵੇਂ ਮੁਦਕੀ ਦੀ ਜੰਗ ਸੀ, ਉਸ ਸਮੇਂ ਸਿੱਖਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਸ ਸਮੇਂ ਸਿੱਖਾਂ ਦੇ ਗਾਤਰੇ ਕਿਰਪਾਨ ਵੀ ਸੀ, ਤੇ ਉਸ ਸਮੇਂ ਸਿੱਖਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਵੀ ਸਨ। ਉਸ ਤੋਂ ਬਾਅਦ ਸਿੱਖਾਂ ਨੇ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਫਤਿਹ ਕੀਤਾ, ਉਦੋਂ ਸਿੱਖਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਦੋਂ ਸਿੱਖਾਂ ਦੇ ਗਾਤਰੇ ਕਿਰਪਾਨ ਵੀ ਸੀ, ਤੇ ਉਦੋਂ ਸਿੱਖਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਵੀ ਸਨ। ਉਸ ਤੋਂ ਬਾਅਦ ਜਦੋਂ ਪੱਛਮੀ ਦੇਸ਼ਾਂ ਦੇ ਸੁੱਖ ਆਰਾਮ ਤਿਆਗ ਕੇ ਸਾਡੇ ਗਦਰੀ ਬਾਬੇ, ਜਿਨ੍ਹਾਂ ਦਾ ਅੱਜ ਕਿਤੇ ਜ਼ਿਕਰ ਹੀ ਨਹੀਂ ਹੁੰਦਾ, ਸ਼ਹੀਦ ਅਸੀਂ ਕਿਸੇ ਹੋਰ ਨੂੰ ਹੀ ਬਣਾ ਲਿਆ, ਸਾਡੇ ਉਹ ਗਦਰੀ ਬਾਬੇ ਜਿਹੜੇ ਅੰਮ੍ਰਿਤਧਾਰੀ ਸਨ, ਜਿਨ੍ਹਾਂ ਦੇ ਪਿੱਛੇ ਗੁਰਬਾਣੀ ਦਾ ਨੇਮ ਕੰਮ ਕਰਦਾ ਸੀ, ਜਿਨ੍ਹਾਂ ਦੇ ਅੰਦਰ ਧਾਰਮਿਕ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਸਾਧ ਸੰਗਤ ਜੀ, ਉਹ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਪੱਛਮੀ ਦੇਸ਼ਾਂ ਦੇ ਸੁੱਖ ਆਰਾਮ ਛੱਡ ਕੇ ਇੱਥੇ ਆ ਕੇ ਲੜਦੇ ਰਹੇ ਸਨ। ਪਰ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਹੋਇਆ, ਕਿਉਂਕਿ ਗਦਰੀ ਬਾਬੇ ਇਹਨਾਂ ਦੇ ਮਾਫਕ ਨਹੀਂ। ਪਰ ਜਦੋਂ ਗਦਰੀ ਬਾਬਿਆਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਈ, ਆਜ਼ਾਦੀ ਦਿਵਾਉਣ ਦੇ ਲਈ ਜੰਗ ਲੜੀ, ਉਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਕੜੇ ਵੀ ਸਨ, ਉਹਨਾਂ ਦੇ ਗਾਤਰੇ ਕਿਰਪਾਨ ਵੀ ਸੀ, ਤੇ ਉਹਨਾਂ ਦੇ ਸੀਸ ਦੇ ਉੱਪਰ ਦਸਤਾਰ ਵੀ ਸੀ। ਤੇ ਅੱਜ ਸਾਨੂੰ ਇਹ ਕਹਿਣਗੇ ਕਿ ਤੁਸੀਂ ਸ਼੍ਰੀ ਸਾਹਿਬ, ਗਾਤਰੇ ਤੇ ਦਸਤਾਰ ਲਾ ਕੇ ਸਾਡੇ ਸਕੂਲ ਦੇ ਵਿੱਚ ਆ ਸਕਦੇ ਹੋ, ਇਹ ਤੋਂ ਮਾੜੀ ਗੱਲ ਹੋ ਕੀ ਸਕਦੀ ਹੈ ਸਾਧ ਸੰਗਤ। ਸੋ ਸਾਨੂੰ ਚੇਤਨ ਹੋਣਾ ਪਵੇਗਾ, ਆਤਮਿਕ ਤੌਰ ਤੇ ਵੀ ਚੇਤਨ ਹੋਣਾ ਪਵੇਗਾ, ਤੇ ਬੌਧਿਕ ਤੌਰ ਤੇ ਵੀ ਚੇਤਨ ਹੋਣਾ ਪਵੇਗਾ। ਹਰ ਹਰ ਜਾਪ ਜਪ ਲਾ, ਉਸ ਪਰਮਾਤਮਾ ਦਾ ਜਾਪ ਨਿਰੰਤਰ ਕਰ। ਗੁਰ ਕਿਰਪਾ ਤੇ ਹਿਰਦੈ ਵਾਸੈ, ਭਉ ਜਲ ਪਾਰ ਪਰਲਾ। ਗੁਰੂ ਦੀ ਕਿਰਪਾ ਦੇ ਨਾਮ, ਗੁਰੂ ਦੀ ਕਿਰਪਾ ਦੇ ਨਾਲ ਨਾਮ ਤੇਰੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਹਦੇ ਨਾਲ ਤੂੰ ਇਸ ਭਵਜਲ ਤੋਂ ਪਾਰ ਹੋ ਜਾਣਾ ਹੈ। ਸਾਧ ਸੰਗਤ ਜੀ, ਅਜੋਕੇ ਦੌਰ ਦੇ ਵਿੱਚ ਅਸੀਂ ਕਈ ਵਾਰੀ ਵੇਖਦੇ ਹਾਂ ਕਿ ਜਿਹੜੇ ਮੇਰੇ ਵਰਗੇ 2 ਕੁ ਕਿਤਾਬਾਂ ਪੜ੍ਹ ਜਾਂਦੇ ਨੇ ਨਾ, ਉਹ ਗੁਰੂ ਨੂੰ ਇੱਕ ਵਿਅਕਤੀਗਤ ਨੁਕਤੇ ਨਿਗਾਹ ਤੋਂ ਵੇਖਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਨੂੰ ਆਪਣੇ ਤਲ ਤੇ ਲਿਆਉਣਾ ਗੁਰੂ ਨੂੰ ਸ਼ੁਰੂ ਕਰ ਦਿੰਦੇ ਆ। ਹਾਲਾਂਕਿ ਗੁਰੂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਗੁਰੂ ਤਮਾਮ ਸ਼ਕਤੀਆਂ ਦਾ ਮਾਲਕ ਹੈ। ਗੁਰੂ ਨੂੰ ਪਤਾ ਹੈ ਕਿ ਸਿੱਖ ਨੂੰ ਕਦੋਂ ਕੀ ਚਾਹੀਦਾ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਗੁਰੂ ਕਿਰਪਾ ਤੇ ਹਿਰਦੈ ਵਾਸੈ। ਗੁਰੂ ਦੀ ਕਿਰਪਾ ਦੇ ਨਾਮ ਹਿਰਦੇ ਦੇ ਵਿੱਚ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਕਮਾਲ ਕਰ ਦਿੱਤੀ ਸਾਧ ਸੰਗਤ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਰਚਨਾਵਾਂ ਦੇ ਵਿੱਚ 3 ਉਦਾਹਰਨਾਂ ਦਿੰਦੇ ਨੇ, ਔਰ ਤਿੰਨੇ ਉਦਾਹਰਨਾਂ ਬੜੀਆਂ ਕਮਾਲ ਦੀਆਂ। ਔਰ ਇਸ ਉਦਾਹਰਨ ਦੇ ਵਿੱਚ, ਇਸ ਕਵਿਤ ਸਵਈਏ ਦੇ ਵਿੱਚ ਭਾਈ ਸਾਹਿਬ ਜੀ ਨੇ ਨਾਮ ਦੇ ਮਹੱਤਵ ਦਾ ਜ਼ਿਕਰ ਕੀਤਾ ਕਿ ਗੁਰੂ ਨੇ ਸਿੱਖ ਨੂੰ ਬਖਸ਼ਣਾ ਕੀ ਹੈ, ਗੁਰੂ ਸਿੱਖ ਦੇ ਉੱਪਰ ਕਿਰਪਾ ਕਿਵੇਂ ਕਰਦਾ ਹੈ, ਗੁਰੂ ਸਿੱਖ ਦੇ ਉੱਪਰ ਮਿਹਰ ਕਿਵੇਂ ਕਰਦਾ ਹੈ, ਗੁਰੂ ਸਿੱਖ ਦੇ ਹਿਰਦੇ ਵਿੱਚ ਨਾਮ ਕਿਵੇਂ ਟਿਕਾਉਂਦਾ ਹੈ। ਭਾਈ ਗੁਰਦਾਸ ਜੀ ਨੇ ਪਹਿਲਾਂ ਮਾਂ ਦੀ ਉਦਾਹਰਨ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮਿਸਟਾਨ ਪਾਨ ਪੋਖ ਤੋਖ ਬਾਲਕੈ ਹੈ, ਅਸਤਨ ਪਾਨ ਬਾਣ ਜਨਨੀ ਮਿਟਾਵਈ। ਕਹਿੰਦੇ ਜਿਵੇਂ ਇੱਕ ਮਾਂ ਨਵਜਾਤ ਸ਼ਿਸ਼ੂ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤੇ ਉਹਦੇ ਸਰੀਰ ਦਾ ਪੋਸ਼ਣ ਕਰਦੀ ਹੈ। ਭਾਈ ਸਾਹਿਬ ਕਹਿੰਦੇ ਜਦੋਂ ਉਹ 6 ਮਹੀਨਿਆਂ ਦਾ ਹੁੰਦਾ ਹੈ, ਥੋੜੀ ਜੀ ਸੁਰਤ ਸੰਭਾਲਣੀ ਸ਼ੁਰੂ ਕਰਦਾ ਹੈ, ਤੇ ਮਾਂ ਦੇ ਲਈ ਬੜਾ ਔਖਾ ਹੋ ਜਾਂਦਾ ਹੈ ਕਿ ਆਪਣਾ ਸਤਨਪਾਨ ਕਰਨਾ ਬੱਚੇ ਨੂੰ ਹਟਾ ਲਏ, ਕਿ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਸਤਨਪਾਨ ਕਰਨਾ ਛੱਡ ਜਾਏ। ਕਹਿੰਦੇ ਫਿਰ ਮਾਂ ਔਰ ਪੌੜ ਕਰਦੀ ਹੈ। ਉਹਨਾਂ ਕਾਰਜਾਂ ਦੇ ਵਿੱਚ ਕਹਿੰਦੇ ਮਾਂ ਫਿਰ ਬੱਚੇ ਨੂੰ ਮਿੱਠਾ ਦਿੰਦੀ ਹੈ, ਗੁਲਾਬ ਜਾਮਨ ਦੇਵੇਗੀ, ਕਈ ਮਾਵਾਂ ਚਾਕਲੇਟ ਦਿੰਦੀਆਂ ਨੇ, ਕਈ ਪ੍ਰਕਾਰ ਦੇ ਮਿਸ਼ਟਾਨ ਵਿਅੰਜਨ ਉਹਨੂੰ ਦਿੱਤੇ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਅਜਿਹਾ ਆਉਂਦਾ ਕਿ ਮਾਤਾ ਦੇ ਉਹ ਕੀਤੇ ਹੋਏ ਕਰਮ ਸਫਲ ਹੋ ਜਾਂਦੇ ਆ, ਬੱਚਾ ਮਾਂ ਦਾ ਦੁੱਧ ਚੁੰਗਣਾ ਛੱਡ ਦਿੰਦਾ ਤੇ ਭੋਜਨ ਸਬਜ਼ੀਆਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦਿੰਦਾ। ਪਹਿਲੀ ਉਦਾਹਰਨ ਭਾਈ ਸਾਹਿਬ ਜੀ ਨੇ ਇਹ ਦਿੱਤੀ।
ਦੂਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਿਸ਼ਰੀ ਮਿਲਾਏ ਜੈਸੇ ਔਖਦ ਖਵਾਵੈ ਬੈਦ, ਮੀਠੋ ਕਰ ਖਾਤ ਰੋਗੀ ਰੋਗੈ ਹੈ ਮਿਟਾਵਈ। ਕਹਿੰਦੇ ਜਿਵੇਂ ਇੱਕ ਵੈਦ ਮਰੀਜ਼ ਨੂੰ ਗੋਲੀ ਦਿੰਦਾ ਹੈ, ਉਹ ਕੌੜੀ ਹੁੰਦੀ ਹੈ। ਕਹਿੰਦੇ ਫਿਰ ਉਹ ਗੋਲੀ ਦੇ ਉੱਪਰ ਮਿਠਾਈ ਦਾ, ਮਿੱਠੇ ਦਾ ਮੁਲੰਮਾ ਚਾੜਦਾ। ਕਹਿੰਦੇ ਉਹ ਜਦੋਂ ਮਰੀਜ਼ ਉਹ ਗੋਲੀ ਨੂੰ ਛਕਦਾ, ਉਹ ਮਰੀਜ਼ ਗੋਲੀ ਨੂੰ ਖਾਂਦਾ ਤੇ ਉਹ ਖਾਣ ਦੇ ਨਾਲ ਕਹਿੰਦੇ ਉਹਦਾ ਜਿਹੜਾ ਰੋਗ ਹੈ ਦੂਰ ਹੋ ਜਾਂਦਾ। ਦੂਜੀ ਉਦਾਹਰਨ ਇਹ ਦਿੱਤੀ ਜੀ। ਤੀਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਜਲ ਸਿੰਚ ਸਿੰਚ ਧਾਨਾ ਹੈ ਕਿਸਾਨ ਪਾਲੈ, ਪਰਪੱਕ ਪਏ ਕੱਟ ਘਰ ਮੈਲਾ ਲਿਆਵਈ। ਕਹਿੰਦੇ ਜਿਵੇਂ ਜਲ ਸਿੰਚ ਸਿੰਚ ਕੇ ਆਪਣੀ ਫਸਲ ਨੂੰ ਕਿਸਾਨ ਪਾਲਦਾ, ਹੱਥੀਂ ਪਾਲਦਾ, ਹੱਥੀਂ ਬੀਜਦਾ, ਹੱਥੀਂ ਉਹਨੂੰ ਪਾਣੀ ਦਿੰਦਾ, ਪਰ ਕਹਿੰਦੇ ਜਦੋਂ ਉਹ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਂਦੀ ਹੈ ਨਾ, ਤੇ ਕਿਸਾਨ ਉਸੇ ਫਸਲ ਨੂੰ ਕੱਟ ਕੇ ਘਰ ਲੈ ਆਉਂਦਾ। ਸਾਧ ਸੰਗਤ, ਇਹਨਾਂ ਤਿੰਨਾਂ ਉਦਾਹਰਨਾਂ ਤੋਂ ਬਾਅਦ ਜਿਹੜੀ ਬਖਸ਼ਿਸ਼ ਭਾਈ ਗੁਰਦਾਸ ਜੀ ਨੇ ਸਾਡੇ ਉੱਪਰ ਕੀਤੀ ਹੈ ਨਾ, ਮੈਂ ਫਿਰ ਬੇਨਤੀ ਕਰ ਰਿਹਾ, ਭਾਈ ਗੁਰਦਾਸ ਉਹ ਅਜ਼ੀਮ ਸ਼ਖਸੀਅਤ ਨੇ ਜਿਨ੍ਹਾਂ ਦੇ ਸਾਹਮਣੇ ਗੁਰੂ ਅਰਜਨ ਪਾਤਸ਼ਾਹ ਬੈਠੇ ਹੁੰਦੇ ਸਨ ਤੇ ਉਹਨਾਂ ਦੇ ਸਾਹਮਣੇ ਭਾਈ ਗੁਰਦਾਸ ਬੈਠੇ ਹੁੰਦੇ ਸਨ। ਰੱਜ ਰੱਜ ਕੇ ਦੀਦਾਰ ਕਰਦੇ ਸਨ ਉਸ ਮੁਖੜੇ ਦੇ, ਰੱਜ ਰੱਜ ਕੇ ਆਨੰਦ ਮਾਣਦੇ ਸਨ ਉਹਨਾਂ ਦੇ ਦੀਦਾਰ ਦਾ। ਗੁਰੂ ਸਾਹਿਬ ਜੀ ਦੇ ਸਮਕਸ਼ ਬਹਿ ਕੇ ਬਾਣੀ ਨੂੰ ਭਾਈ ਸਾਹਿਬ ਲਿਖਿਆ ਕਰਦੇ ਸਨ, ਆਪਣੀ ਬਾਣੀ ਉਚਾਰਨ ਕਰਦੇ ਸਨ, ਤੇ ਗੁਰੂ ਦੇ ਸਮਕਸ਼ ਬਹਿ ਕੇ ਕੀਤੇ ਹੋਏ ਬੋਲ ਕਿੰਨੇ ਕਮਾਲ ਹੋਣਗੇ। ਇਹਨਾਂ ਤਿੰਨਾਂ ਉਦਾਹਰਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਿਵੇਂ ਮਾਂ ਨੇ ਆਪਣੇ ਬੱਚੇ ਤੋਂ ਦੁੱਧ ਛਡਾਉਣ ਦੇ ਲਈ ਉਹਨੂੰ ਮਿੱਠਾ ਦਿੱਤਾ, ਜਿਵੇਂ ਡਾਕਟਰ ਨੇ ਮਰੀਜ਼ ਦਾ ਦੁੱਖ ਦੂਰ ਕਰਨ ਦੇ ਲਈ ਕੌੜੀ ਦਵਾਈ ਦੇ ਉੱਪਰ ਮਿਠਾਈ ਦਾ ਮੁਲੰਮਾ ਚਾੜ ਕੇ ਉਹਨੂੰ ਛਕਾਇਆ, ਕਹਿੰਦੇ ਜਿਵੇਂ ਕਿਸਾਨ ਨੇ ਆਪਣੀ ਫਸਲ ਨੂੰ ਪਹਿਲਾਂ ਪਾਣੀ ਦਿੱਤਾ, ਬਾਅਦ ਦੇ ਵਿੱਚ ਆਪਣੇ ਹੱਥੀਂ ਕੱਟ ਕੇ ਘਰ ਨੂੰ ਲੈ ਆਉਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਸਿੱਖ ਦੀ ਹਰੇਕ ਕਾਮਨਾ ਪੂਰੀ ਕਰਦੇ ਆ। ਕਹਿੰਦੇ ਹਰੇਕ ਕਾਮਨਾ ਪੂਰੀ ਕਰਕੇ ਗੁਰੂ ਸਾਹਿਬ ਉਸ ਨੂੰ ਨਿਸ਼ਕਾਮ ਬਣਾ ਦਿੰਦੇ ਆ। ਫਿਰ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਨਾਮ ਟਿਕਾ ਦਿੰਦੇ ਆ। ਆਖੋ ਸਤਨਾਮ। ਵੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ ਬਾਅਦ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਨਾਮ ਟਿਕਾ ਦਿੰਦੇ ਆ। ਜਦੋਂ ਉਹਦੇ ਹਿਰਦੇ ਦੇ ਵਿੱਚ ਨਾਮ ਟਿਕ ਜਾਂਦਾ, ਵੇਖੋ ਸਾਧ ਸੰਗਤ ਜੀ, ਅਸੀਂ ਜਦੋਂ ਰਹਿਤ ਮਰਿਆਦਾ ਪੜ੍ਹਦੇ ਹਾਂ ਤੇ ਸਿੱਖ ਰਹਿਤ ਮਰਿਆਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੈ, ਸਾਡੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਉਹਦੇ ਉੱਪਰ ਕੀਤੀ, ਇੱਕ ਇੱਕ ਅੱਖਰ ਕਿੰਨਾ ਕਮਾਲ ਦਾ, ਉਹਦੇ ਵਿੱਚ ਵੀ ਸਾਡੇ ਬਜ਼ੁਰਗਾਂ ਨੇ ਕਮਾਲ ਕੀਤੀ। ਅਸੀਂ ਪਾਤਸ਼ਾਹ ਜੀ ਦੇ ਕੋਲੋਂ, ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਜਦੋਂ ਕੋਈ ਪਾਤਸ਼ਾਹ ਜੀ ਦੇ ਕੋਲੋਂ ਦਾਤ ਮੰਗਦੇ ਆ, ਤੇ ਮੰਗਦੇ ਕੀ ਆ? ਸਿੱਖਾਂ ਨੂੰ, ਬੋਲਿਓ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅੱਗੇ ਜੀ ਦਾਨਾ ਸਿਰ ਦਾਨ, ਨਾਮਦਾਨ। ਭਾਈ ਗੁਰਦਾਸ ਜੀ ਜਿਹੜੀ ਗੱਲ ਕਹਿ ਰਹੇ ਕਿ ਗੁਰੂ ਸਿੱਖ ਨੂੰ ਹਰੇਕ ਬਖਸ਼ਿਸ਼ ਦਿੰਦਾ ਹੈ। ਅੱਜ ਸਾਧ ਸੰਗਤ ਅਸੀਂ ਕਹਿ ਦਿੰਦੇ ਹਾਂ ਜੀ ਗੁਰੂ ਦੇ ਅੱਗੇ ਅਰਦਾਸ ਨਹੀਂ ਕਰਨੀ, ਗੁਰੂ ਸਭ ਕੁਝ ਜਾਣਦਾ ਹੈ। ਬਿਲਕੁਲ ਜਾਣਦਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਲੇਕਿਨ ਅਸੀਂ ਆਪਣੀ ਵਿਅਥਾ ਤੇ ਗੁਰੂ ਨੂੰ ਬੋਲ ਕੇ ਦੱਸਣੀ ਹੈ ਨਾ, ਆਪਣੀ ਵਿਅਥਾ ਤੇ ਗੁਰੂ ਦੇ ਅੱਗੇ ਸਮਕਸ਼ ਪੇਸ਼ ਕਰਨੀ ਹੈ ਨਾ, ਤੇ ਗੁਰੂ ਸਾਰੀਆਂ ਹੀ ਦਾਤਾਂ ਦੇਣ ਵਾਲਾ ਹੈ। ਅੱਜ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਵੇਖੋ, ਇੱਥੇ ਉੱਪਰ ਅਸੀਂ ਗੱਲ ਕੀਤੀ ਸੀ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਜਾਗ ਜਾਂਦਾ ਹੈ। ਸੁੱਤੇ ਹੋਏ ਮਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ ਤੇ ਜਾਗੇ ਹੋਏ ਮਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਸੁੱਤੇ ਹੋਏ ਮਨ ਉਹ ਨੇ ਸਾਧ ਸੰਗਤ ਜਿਹੜੇ ਛੋਟੇ ਛੋਟੇ ਲਾਲਚਾਂ ਦੇ ਵਸ ਹੋ ਕੇ ਆਪਣੇ ਗੁਰੂ ਦੀ ਗੱਲ ਦਾ ਤਿਆਗ ਕਰਕੇ, ਆਪਣੇ ਗੁਰੂ ਦੇ ਸਿਧਾਂਤ ਦਾ ਤਿਆਗ ਕਰਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਆ। ਜਾਗੇ ਹੋਏ ਇੱਕ ਅਜਿਹੇ ਵੀ ਸਨ ਜਿਨ੍ਹਾਂ ਦੀ ਗੱਲ ਗਿਆਨੀ ਗਿਆਨ ਸਿੰਘ ਜੀ ਕਰਦੇ ਨੇ। ਜਾਗੇ ਹੋਇਆਂ ਦੀ ਗੱਲ ਕਮਾਲ ਕਰ ਦਿੱਤੀ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ। ਗਿਆਨੀ ਗਿਆਨ ਸਿੰਘ ਜੀ ਉਹ ਸਮੇਂ ਦਾ ਦ੍ਰਿਸ਼ ਦੱਸਦੇ ਨੇ ਜਿਹੜਾ ਦੁਨੀਆ ਦੇ ਵਿੱਚ ਇੱਕ ਅਲੌਕਿਕ ਦ੍ਰਿਸ਼ ਤੇ ਜਿਹਨੂੰ ਅਸੀਂ ਜਲੂਸ ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਦੇ ਨਾਲ ਗ੍ਰਿਫਤਾਰ ਕਰਕੇ ਸਾਧ ਸੰਗਤ ਜੀ ਲਾਹੌਰ ਲੈ ਕੇ ਜਾਇਆ ਜਾਂਦਾ ਹੈ। ਫਿਰ ਲਾਹੌਰ ਤੋਂ ਜਦੋਂ ਬਾਬਾ ਜੀ ਨੂੰ ਦਿੱਲੀ ਲੈ ਕੇ ਜਾਣਾ ਸੀ ਨਾ ਜੀ, ਉਸ ਤੋਂ ਪਹਿਲਾਂ ਉਸ ਸਮੇਂ ਦੇ ਬਾਦਸ਼ਾਹ ਫਰੁਖਸੀਰ ਨੇ ਜਿਹੜਾ ਸ਼ਾਹੀ ਮਾਰਗ ਸੀ ਨਾ ਜੀ, ਸ਼ਾਹੀ ਮਾਰਗ ਦੇ 10 ਕਿਲੋਮੀਟਰ ਇੱਕ ਪਾਸੇ, 10 ਕਿਲੋਮੀਟਰ ਇੱਧਰਲੇ ਪਾਸੇ ਸਾਧ ਸੰਗਤ ਚਿੱਠੀਆਂ ਲਿਖ ਕੇ ਭੇਜੀਆਂ ਸਨ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਇੱਥੋਂ ਇੱਕ ਜਲੂਸ ਗੁਜ਼ਰੇਗਾ, ਉਹ ਜਲੂਸ ਤੁਸੀਂ ਵੇਖਣ ਦੇ ਲਈ ਆਉਣਾ ਹੈ। ਜਦੋਂ ਵੀ ਕੋਈ ਆਪਣੀ ਐਵੇਂ ਪ੍ਰਦਰਸ਼ਨੀ ਕਰਦਾ ਨਾ, ਉਹ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਹੁੰਦਾ। ਜਿਵੇਂ ਕਿਸੇ ਵੀ ਦੇਸ਼ ਦੀਆਂ ਫੌਜਾਂ ਕਿਸੇ ਵਿਸ਼ੇਸ਼ ਦਿਨ ਆਪਣੀ ਜੰਗੀ ਮਸ਼ਕ ਕਰਦੀਆਂ ਨੇ, ਆਪਣਾ ਦਾਰੋ ਮਦਾਰ ਦੱਸਦੀਆਂ ਨੇ, ਜਾਹੋ ਜਲਾਲ ਦੱਸਦੀਆਂ ਨੇ, ਉਹ ਆਪਣਾ ਤਾਕਤ ਦਾ ਪ੍ਰਦਰਸ਼ਨ ਕਰਨਾ ਹੁੰਦਾ। ਜਿਵੇਂ ਸਾਡੇ ਨਿਹੰਗ ਸਿੰਘ ਹੋਲੇ ਮਹੱਲੇ ਤੇ ਮਹੱਲਾ ਸਜਾਉਂਦੇ ਨੇ, ਉਹ ਸਾਡੀ ਜਾਹੋ ਜਲਾਲ ਦਾ ਪ੍ਰਦਰਸ਼ਨ ਹੁੰਦਾ। ਪਰ ਇਹ ਥੋੜਾ ਨੈਗੇਟਿਵ ਸੀ। ਫਰੁਖਸ਼ੀਰ ਬਾਦਸ਼ਾਹ ਆਪਣੀ ਜਾਹੋ ਜਲਾਲ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਉਹਨੇ ਸਿੱਖਾਂ ਦਾ ਜਲੂਸ ਕੱਢਿਆ, ਸਿੱਖਾਂ ਨੂੰ
ਨੇਜਿਆਂ ਦੇ ਉੱਪਰ ਟੰਗੇ ਹੋਏ ਸੀਸ, ਪਿੰਜਰੇ ਦੇ ਵਿੱਚ ਕੀਤੇ ਹੋਏ ਬੰਦ ਕੀਤੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਲੈ ਕੇ ਗਏ। ਮੈਂ ਮਜ਼ਮੂਨ ਨੂੰ ਬਹੁਤਾ ਲੰਬਾ ਨਾ ਕਰਾਂ, ਆਪਣੇ ਮਜ਼ਮੂਨ ਵਾਲੇ ਪਾਸੇ ਆਉਣਾ। ਦਿੱਲੀ ਦੇ ਵਿੱਚ ਵੀ ਇਹ ਚਿੱਠੀਆਂ ਕੱਢੀਆਂ ਗਈਆਂ ਸਨ, ਢਿੰਡੋਰਾ ਪਿਟਵਾਇਆ ਗਿਆ ਸੀ ਕਿ ਇੰਨੀ ਤਰੀਕ ਨੂੰ ਇੱਥੇ ਜਲੂਸ ਪਹੁੰਚੇਗਾ, ਤੁਸੀਂ ਸਾਰਿਆਂ ਨੇ ਇੱਥੇ ਪਹੁੰਚਣਾ। ਲੋਕ ਹੁਮ ਆ ਕੇ ਪਹੁੰਚੇ ਹੋਏ ਸਨ ਤੇ ਗਿਆਨੀ ਗਿਆਨ ਸਿੰਘ ਜੀ ਉਸ ਸਮੇਂ ਜਾਗੇ ਹੋਏ ਮਨਾਂ ਦੀ ਗੱਲ ਕਰਨ ਲੱਗੇ ਜੇ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਉੱਥੇ ਮਾਹੌਲ ਐਦਾਂ ਸੀ ਸਿੰਘਾਂ ਦਾ ਕਿ ਇੱਕ ਦੂਸਰ ਕੇ ਆਗੇ ਮਰਨਾ, ਚਾਹੇ ਸਿੰਘ ਭਵਾਂ ਬੁੱਧ ਤਰਨਾ। ਕਹਿੰਦੇ ਸਿੱਖ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹਾਦਤ ਲੈ ਰਹੇ ਸਨ। ਇੱਕ ਕਹਿ ਰਿਹਾ ਸੀ ਮੈਂ ਪਹਿਲਾਂ ਸ਼ਹਾਦਤ ਲੈਣੀ ਹੈ, ਇੱਕ ਕਹਿ ਰਿਹਾ ਸੀ ਮੈਂ ਪਹਿਲਾਂ ਸ਼ਹਾਦਤ ਲੈਣੀ ਹੈ। ਕਾਸ਼ ਉਹਨਾਂ ਗੁਰਸਿੱਖਾਂ ਦੇ ਕੋਲੋਂ ਅਸੀਂ ਕੁਝ ਸਿੱਖੀਏ। ਇੱਕ ਦੂਸਰ ਕੇ ਆਗੇ ਮਰਨਾ, ਚਾਹੇ ਸਿੰਘ ਭਵਾਂ ਬੁੱਧ ਤਰਨਾ। ਅੱਗੇ ਜੀ, ਲਾਲੀ ਮੁਖ ਪੇ ਸਭ ਕੈ ਚੜੀ, ਖੁਸ਼ੀ ਸਿਦਕ ਰਹਿਣੇ ਕੀ ਬੜੀ। ਸਾਰਿਆਂ ਦੇ ਮੁਖ ਦੇ ਉੱਪਰ ਲਾਲੀ ਸੀ। ਖੁਸ਼ੀ ਕਾਹਦੀ ਸੀ ਕਿ ਸਿਦਕ ਦੇ ਵਿੱਚ ਆ। ਲਾਲੀ ਮੁਖ ਪੇ ਸਭ ਕੇ ਚੜੀ, ਖੁਸ਼ੀ ਸਿਦਕ रहने की बड़ी। कहते एक दिन मरना था ही, मरें धर्म पर खुशी यहा ही। कहते एक ना एक दिन ते मर ही जाना, क्यों ना अपने धर्म तो कुर्बान होइए। अगे जी, पिख पिख सिंगण की दिलावरी, लोक हजारों देत आफरी। कहते ਸਿੰਘਾਂ ਦੀ ਦਿਲਾਵਰੀ ਦਾ ਪਾਉਂਦਾ ਬਹਾਦਰੀ। ਸਿੰਘਾਂ ਦੀ ਬਹਾਦਰੀ ਵੇਖ ਵੇਖ ਕੇ ਹਜ਼ਾਰਾਂ ਲੋਕ ਉੱਥੇ ਵਾਹ ਵਾਹ ਕਰ ਰਹੇ ਨੇ। ਪਿਖ ਪਿਖ ਸਿੰਘਣ ਕੀ ਦਿਲਾਵਰੀ, ਲੋਕ ਹਜ਼ਾरों देत आफरी। वाह वाह सिंह ऐ सुनाही। वो लोग कह रहे ने हिंद गैर हिंद पेख बिस्माही। कहते जी उस समय डॉक्टर गंडा सिंह भी इस गल का जिक्र करते हैं कि दिल्ली दे विच उदों जदों हिंदुस्तान के लोग सन, हिंदुस्तान तो बाहरों आए हुए भी यात्री सन जिहड़े ये सारे जलूस नूं वेख रहे सन, ये जिहड़े सारे घटनाक्रम नूं देख रहे सन। हिंद गैर हिंद पेख बिस्माही, वाह वाह ਸਿੰਘ ਐਸ ਸੁਨਾਹੀ। ਉਹ ਸਿੰਘਾਂ ਦੇ ਲਈ ਵਾਹ ਵਾਹ ਕਰ ਰਹੇ ਸਨ। ਅੱਗੇ ਆਖਿਰਲੀ ਗੱਲ, ਜਾਗਿਆਂ ਹੋਇਆਂ ਦੀ ਨਿਸ਼ਾਨੀ, ਸਿੰਘ ਨਾਮ ਉਨ ਸਫਲ ਕਰਿਓ ਹੈ, ਕੋਏ ਨਾ ਕਾਇਰ ਹੋਏ ਮਰਿਓ ਹੈ। ਉਹਨਾਂ ਨੇ ਆਪਣਾ ਸਿੰਘ ਨਾਮ ਸਫਲ ਕੀਤਾ, ਉਹਨਾਂ ਦੇ ਵਿੱਚੋਂ ਕੋਈ ਕਾਇਰ ਹੋ ਕੇ ਨਹੀਂ ਮਰਿਆ। ਸਤ ਸੰਗਤ, ਆਜ਼ਾਦੀ ਤੋਂ ਪਹਿਲਾਂ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਕੁਝ ਧਿਰਾਂ ਨੇ ਵੇਖਿਆ ਕਿ ਇਹਨਾਂ ਦੇ ਅੰਦਰ ਤੇ ਸਿੱਖੀ ਸਪਿਰਿਟ ਬੜੀ ਕੰਮ ਕਰਦੀ ਹੈ, ਇਹ ਹਰੇਕ ਕਾਰਜ ਗੁਰੂ ਦੀ ਮਨਸ਼ਾ ਦੇ ਅਨੁਸਾਰ ਕਰਦੇ ਨੇ, ਅਕਾਲ ਪੁਰਖ ਦੇ ਰਾਜ ਦੇ ਲਈ ਕਰਦੇ ਨੇ, ਇਹਨਾਂ ਦੇ ਅੰਦਰ ਧਾਰਮਿਕ ਸਪਿਰਿਟ ਬੜੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਸਾਡੇ ਉਹ ਲਫ਼ਜ਼ ਸਨ ਨਾ ਜਿਨ੍ਹਾਂ ਦੇ ਵਿੱਚੋਂ ਧਾਰਮਿਕਤਾ ਝਲਕਦੀ ਸੀ, ਉਹ ਹੌਲੀ ਹੌਲੀ ਕੱਢਣੇ ਬਾਹਰ ਸ਼ੁਰੂ ਕੀਤੇ। ਸਾਧ ਸੰਗਤ ਜੀ, ਚਿੱਠੀਆਂ ਦੇ ਵਿੱਚ ਭਾਈ ਸ਼ਬਦ ਲਿਖੇ ਜਾਂਦੇ ਸਨ। ਭਾਈ ਸ਼ਬਦ ਹੌਲੀ ਹੌਲੀ ਨਾਮ ਦੇ ਨਾਲੋਂ ਹਟਾਉਣਾ ਸ਼ੁਰੂ ਕੀਤਾ। ਅੱਜ ਦੇ ਬਹੁਤੇ ਸਾਹਿਤ ਦੇ ਵਿੱਚ, ਸਿੱਖ ਸਾਹਿਤ ਦੇ ਵਿੱਚ ਤੇ ਭਾਈ ਸ਼ਬਦ ਦਾ ਇਸਤੇਮਾਲ ਹੁੰਦਾ, ਲੇਕਿਨ ਉਸ ਸਮੇਂ ਦੇ ਜਿਹੜੇ ਰਸਾਲੇ ਸਨ, ਉਸ ਸਮੇਂ ਦੀਆਂ ਜਿਹੜੀਆਂ ਅਖਬਾਰਾਂ ਸਨ, ਉਹਨਾਂ ਦੇ ਵਿੱਚ ਵੀ ਜਦੋਂ ਕਿਸੇ ਦਾ ਨਾਮ ਲਿਖਿਆ ਜਾਂਦਾ ਸੀ ਤੇ ਭਾਈ ਸ਼ਬਦ ਲਿਖਿਆ ਜਾਂਦਾ ਸੀ। ਤੁਸੀਂ ਅੱਜ ਦੀਆਂ ਅਖਬਾਰਾਂ ਪੜ੍ਹੋ, ਬਹੁਤ ਘੱਟ ਨਾਵਾਂ ਦੇ ਨਾਲ ਭਾਈ ਸ਼ਬਦ ਲਿਖਿਆ ਜਾਂਦਾ। ਕਿਉਂ? ਕਿਉਂਕਿ ਜਿਹੜਾ ਭਾਈ ਸ਼ਬਦ ਹੈ ਇਹ ਸਾਨੂੰ ਧਾਰਮਿਕਤਾ ਦਾ, ਸਿੱਖ ਧਾਰਮਿਕਤਾ ਦਾ, ਸਿੱਖ ਸਪਿਰਿਟ ਦਾ, ਸਿੱਖ ਏਕਤਾ ਦਾ ਅਹਿਸਾਸ ਕਰਾਉਂਦਾ। ਹੌਲੀ ਹੌਲੀ ਉਹ ਸ਼ਬਦ ਕੱਟ ਕੇ ਮਿਸਟਰ ਸ਼ਬਦ ਆ ਗਿਆ ਜੀ। ਹੁਣ ਬਹੁਤੀ ਜਗ੍ਹਾ ਮਿਸਟਰ ਸ਼ਬਦ ਵਰਤਿਆ ਜਾਂਦਾ। ਉਹ ਤੋਂ ਬਾਅਦ ਵੀ ਹੁਣ ਗੱਲ ਗਾਂਹ ਲੰਘ ਗਈ ਜੇ। ਮੈਂ ਹੁਣੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਦੇ ਵਿੱਚ ਕਿ ਸਿੰਘ ਨਾਮ ਉਨ ਸਫਲ ਕਰਿਓ ਹੈ, ਕੋਏ ਨਾ ਕਾਇਰ ਹੋਏ ਮਰਿਓ ਹੈ। ਕੋਈ ਵੀ ਕਾਇਰ ਹੋ ਕੇ ਨਹੀਂ ਮਰਿਆ, ਉਹਨਾਂ ਨੇ ਸਿੰਘ ਨਾਮ ਸਫਲ ਕੀਤਾ ਹੈ। ਤੇ ਅੱਜ ਸਾਨੂੰ ਕੀ ਹੋ ਗਿਆ? ਅੱਜ ਤੁਸੀਂ ਇੰਸਟਾ ਤੇ ਆਪਣੇ ਬੱਚਿਆਂ ਦੀਆਂ ਆਈਡੀਜ਼ ਵੇਖ ਲਓ, ਅੱਜ ਤੁਸੀਂ ਫੇਸਬੁੱਕ ਤੇ ਵੇਖ ਲਓ, ਨਾਂ ਤੇ ਨਾਮ ਦੇ ਨਾਲ ਕਿਤੇ ਸਿੰਘ ਲੱਭਦਾ ਹੈ, ਨਾ ਨਾਮ ਦੇ ਨਾਲ ਕਿਤੇ ਕੌਰ ਲੱਭਦਾ ਹੈ। ਤੇ ਜੇ ਸਾਡੇ ਨਾਮ ਦੇ ਨਾਲ ਕਿਤੇ ਸਿੰਘ ਨਹੀਂ ਲੱਭਦਾ, ਕੌਰ ਨਹੀਂ ਲੱਭਦਾ, ਤੇ ਅਸੀਂ ਦੁਸ਼ਮਣਾਂ ਦਾ ਬੜੀ ਛੇਤੀ ਨਿਸ਼ਾਨਾ ਹੋ ਜਾਂਦੇ ਹਾਂ। ਤਾਕਤ ਸਾਡੇ ਪਿੱਛੇ ਜਿਹੜੀ ਕੰਮ ਕਰਦੀ ਹੈ, ਗੁਰੂ ਦੀ ਸ਼ਕਤੀ ਹੈ। ਗੁਰੂ ਵੱਲੋਂ ਪਿੱਠ ਕਰਕੇ ਅਸੀਂ ਕਦੀ ਵੀ ਇਸ ਧਰਤੀ ਦੇ ਉੱਪਰ, ਹਾਂ ਸਾਡੇ ਕੋਲੋਂ ਸਮਾਜਿਕ ਤੌਰ ਤੇ ਰੁਤਬੇ ਆ ਸਕਦੇ ਆ, ਸਾਡੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ। ਜੇਕਰ ਅਸੀਂ ਕੌਮੀ ਗੱਲ ਕਰੀਏ ਤੇ ਕੌਮੀ ਕਿਰਪਾ ਸਾਡੇ ਉੱਪਰ ਉਦੋਂ ਹੋ ਸਕਦੀ ਹੈ ਜਦੋਂ ਗੁਰੂ ਦੀ ਕਿਰਪਾ ਸਾਡੇ ਉੱਪਰ ਵਰਤੇਗੀ, ਸਾਡੇ ਮੁਖੜੇ ਆਨੰਦਪੁਰ ਸਾਹਿਬ ਵਾਲੇ ਪਾਸੇ ਹੋਣਗੇ। ਰਹਾਉ। ਇਹ ਪੰਕਤੀ ਦੇ ਵਿੱਚ ਟਿਕ ਕੇ ਇਹਦੀ ਵਿਚਾਰ ਕਰਨੀ ਹੈ, ਵਿਮਰਸ਼ ਕਰਨੀ ਹੈ ਜੀ। ਨਾਮ ਨਿਦਾਨ ਧਿਆਏ ਮਨ ਅਟਲ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਨਾਮ ਇੱਕ ਅਜਿਹਾ ਖਜ਼ਾਨਾ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ। ਇਹ ਅਟਲ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦਾ। ਨਾਮ ਦੇ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਹਨ। ਤਾਂ ਛੂਟ ਹੈ ਮਾਇਆ ਕੇ ਪਟਲ। ਕਹਿਣ ਲੱਗੇ ਜਿਹੜੇ ਮਾਇਆ ਦੇ ਪਰਦੇ ਨੇ ਨਾ ਜੀ,
ਉਹ ਨਾਮ ਦੀ ਕਿਰਪਾ ਦੇ ਨਾਲ ਪਾਟ ਜਾਂਦੇ ਐ, ਨਾਮ ਦੀ ਕਿਰਪਾ ਦੇ ਨਾਲ ਉਹ ਪਰਦੇ ਅੱਖਾਂ ਤੋਂ, ਪਰਦੇ ਬੌਧਿਕਤਾ ਤੋਂ, ਉਹ ਪਰਦੇ ਆਤਮਾ ਤੋਂ ਲੱਥ ਜਾਂਦੇ ਹਨ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ। ਗੁਰੂ ਕਾ ਸ਼ਬਦ ਅੰਮ੍ਰਿਤ ਰੂਪੀ ਰਸ, ਇਹ ਸਾਨੂੰ ਪੁੰਚਣਾ ਚਾਹੀਦਾ ਹੈ। ਕਈ ਵਾਰੀ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਗੁਰੂ ਕਾ ਸ਼ਬਦ ਕਿਰਪਾ ਕਿਵੇਂ ਕਰਦਾ ਹੈ, ਗੁਰੂ ਕਾ ਸ਼ਬਦ ਬਖਸ਼ਿਸ਼ ਕਿਵੇਂ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਨੇ ਇੱਕ ਕਵਿਤ ਬੜਾ ਕਮਾਲ ਦਾ ਜ਼ਿਕਰ ਕੀਤਾ। ਭਾਈ ਸਾਹਿਬ ਜੀ ਨੇ ਦੁਨੀਆ ਦੇ ਜਿੰਨੇ ਵੀ ਅਭਿਆਸ ਹੁੰਦੇ ਨੇ, ਭਾਈ ਸਾਹਿਬ ਜੀ ਨੇ ਉਹਦੀ ਗੱਲ ਕੀਤੀ। ਮਨ ਦੇ ਵਿੱਚ ਸਾਡੇ ਕਿਤੇ ਖਿਆਲ ਆਵੇ ਕਿ ਗੁਰੂ ਕਾ ਸ਼ਬਦ ਸਾਡੇ ਉੱਪਰ ਕਿਰਪਾ ਕਿਵੇਂ ਕਰਦਾ ਹੈ, ਗੁਰੂ ਕਾ ਸ਼ਬਦ ਸਾਡੇ ਉੱਪਰ ਵਰਤਦਾ ਕਿਵੇਂ ਹੈ, ਮਿਹਰ ਕਿਵੇਂ ਕਰਦਾ ਹੈ। ਤੇ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਰਚਨਾ ਹੈ, ਇਹ ਸਾਨੂੰ ਸੁਖਾਲਾ ਹੀ ਮਾਰਗਦਰਸ਼ਨ ਕਰ ਦਿੰਦੀ ਹੈ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ। ਭਾਈ ਸਾਹਿਬ ਜੀ ਕਹਿੰਦੇ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਸੁਨਤ ਸੁਨਤ ਜੈਸੇ ਪੰਡਿਤ ਪ੍ਰਵੀਨ ਹੈ। ਕਹਿੰਦੇ ਜਿਵੇਂ ਆਮ ਇਨਸਾਨ ਦੇ ਸਾਹਮਣੇ ਇੱਕ ਪਾਸੇ ਤੁਸੀਂ ਹੀਰਾ ਰੱਖ ਦਿਓ ਤੇ ਇੱਕ ਪਾਸੇ ਕੱਚ ਰੱਖ ਦਿਓ, ਉਹਦੇ ਲਈ ਮੁਤਾਲਾ ਕਰਨਾ ਔਖਾ ਹੋ ਜਾਏਗਾ ਕਿ ਹੀਰਾ ਕਿਹੜਾ ਹੈ ਤੇ ਕੱਚ ਕਿਹੜਾ। ਪਰ ਕਹਿੰਦੇ ਜਿਹੜਾ ਰੋਜ਼ਾਨਾ ਹੀ ਉਹਨੂੰ ਵੇਖਦਾ ਹੈ, ਪਾਰਖੂ ਹੈ, ਹੀਰਿਆਂ ਦਾ ਵਪਾਰੀ ਹੈ, ਜੋਹਰੀ ਹੈ, ਕਹਿਣ ਲੱਗੇ ਉਹ ਝੱਟ ਉਹਨੂੰ ਵੇਖ ਲੈਂਦਾ। ਕਿਉਂ? ਕਿਉਂਕਿ ਉਹ ਰੋਜ਼ਾਨਾ ਹੀ ਹੀਰੇ ਵੇਖਦਾ ਹੈ, ਰੋਜ਼ਾਨਾ ਹੀ ਕੱਚ ਵੇਖਦਾ ਹੈ, ਉਹਦੀ ਪਕੜ ਉਹਦੇ ਉੱਪਰ ਬਣ ਜਾਂਦੀ ਹੈ। ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ। ਹੁਣ ਸੰਗਤ ਦੇ ਵਿੱਚ ਅਜਿਹੇ ਬਹੁਤ ਸੱਜਣ ਬੈਠੇ ਨੇ ਜਿਹੜੇ ਰੋਜ਼ਾਨਾ ਹੀ ਇਸ ਸਥਾਨ ਦੇ ਉੱਪਰ ਆ ਕੇ ਕਥਾ ਸਰਵਣ ਕਰਦੇ ਨੇ। ਬੜੀ ਬਖਸ਼ਿਸ਼ ਹੈ, ਸੁਣਦਿਆਂ ਸੁਣਦਿਆਂ ਹੀ ਉਹਨਾਂ ਦੇ ਅੰਦਰ ਵਿਦਵਤਾ ਆ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ, ਸੂੰਗਤ ਸੂੰਗਤ ਸੌਂਦਾ ਜੈਸੇ ਤੋਂ ਸੁਬਾਸੀ ਹੋਤ। ਕਹਿੰਦੇ ਜਿਹੜਾ ਰੋਜ਼ਾਨਾ ਹੀ ਸੁਗੰਧ ਹੀ ਲੈਂਦਾ ਹੈ, ਰੋਜ਼ਾਨਾ ਹੀ ਇਤਰ ਫੁਲੇਲ ਵਰਤਦਾ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਅਸਲ ਸੁਗੰਧੀ ਕਿਹੜੀ ਹੈ ਤੇ ਨਕਲੀ ਸੁਗੰਧੀ ਕਿਹੜੀ ਹੈ। ਜਿਹੜੇ ਇਤਰ ਨੂੰ ਜਾਣਨ ਵਾਲੇ ਹੁੰਦੇ ਨੇ, ਇਤਰ ਦੀਆਂ ਕੰਪਨੀਆਂ ਨੇ ਨਾ ਸਾਧ ਸੰਗਤ, ਉਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਵੱਡੀਆਂ ਤਨਖਾਹਾਂ ਦੇ ਵਿੱਚ ਅਜਿਹੇ ਲੋਕ ਰੱਖੇ ਹੁੰਦੇ ਨੇ, ਜਾਣਕਾਰ ਰੱਖੇ ਹੁੰਦੇ ਨੇ ਕਿ ਜਿਹੜੇ ਇਤਰ ਦੀ ਮਿਕਦਾਰ, ਉਹਦੇ ਵਿੱਚ ਕਿੰਨਾ ਰਸ ਕਿਹੜਾ ਪੈਣਾ, ਕਿੰਨਾ ਰਸ ਗੁਲਾਬ ਦਾ ਪੈਣਾ, ਕਿੰਨਾ ਰਸ ਕਲੀਆਂ ਦਾ ਪੈਣਾ, ਉਹ ਉਹਨੂੰ ਤਿਆਰ ਕਰਦੇ ਨੇ। ਉਹ ਰੋਜ਼ਾਨਾ ਹੀ ਸੁੰਘ ਕੇ ਸੁਬਾਸੀ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਅੱਗੇ ਕਹਿੰਦੇ ਨੇ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗੀ ਸੱਜਣ ਕੀਰਤਨ ਕਰਦੇ ਆ। ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਦੋਂ ਇਹ ਡਿਊਟੀ ਬਖਸ਼ਿਸ਼ ਹੁੰਦੀ ਹੈ, ਇਹਦੇ ਪਿੱਛੇ ਬੜੀ ਘਾਲਣਾ ਹੁੰਦੀ ਹੈ। ਸਾਡੀ ਫਿਤਰਤ ਇਹ ਹੈ ਕਿ ਅਸੀਂ ਕਈ ਵਾਰੀ ਜੋ ਸਾਡੇ ਸਾਹਮਣੇ ਹੁੰਦਾ ਸਟਾਰਡਮ ਦੇਖਦੇ ਹਾਂ, ਚਕਾਚੌਂਧ ਵੇਖਦੇ ਹਾਂ, ਉਹਦੇ ਪਿੱਛੇ ਦੀ ਮਿਹਨਤ ਨੂੰ ਅਕਸਰ ਅਸੀਂ ਇਗਨੋਰ ਕਰਦੇ ਹਾਂ। ਸਿਆਣੇ ਲੋਕ ਪਹਿਲਾਂ ਉਹ ਮਿਹਨਤ ਵੇਖਦੇ ਆ ਕਿ ਇਹਦੇ ਪਿੱਛੇ ਦੀ ਮਿਹਨਤ ਹੈ, ਇਹਦੇ ਪਿੱਛੇ ਦੀ ਮਿਹਨਤ ਕੀ ਹੈ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹਦੇ ਰਾਗੀ ਸਿੰਘ ਸਾਹਿਬਾਨਾਂ ਦੀ ਮੈਂ ਗੱਲ ਕਰਾਂ ਤੇ ਇਹਨਾਂ ਨੂੰ ਜਦ ਤੁਸੀਂ ਕਿਤੇ ਪੁੱਛੋ ਕਿ ਭਾਈ ਸਾਹਿਬ ਜੀ ਤੁਸੀਂ ਸਿੱਧਾ ਹੀ ਸ਼ਬਦ ਕੱਢ ਲਿਆ ਸੀ, ਉਹ ਕਹਿਣਗੇ ਨਹੀਂ, ਸ਼ੁਰੂਆਤ ਸ਼ਾ ਤੋਂ ਹੋਈ ਸੀ, ਸਾ ਤੋਂ ਸ਼ੁਰੂਆਤ ਹੋਈ ਸੀ। ਸਾਡੇ ਉਸਤਾਦ ਸਾਹਿਬਾਨ ਨੇ ਪਹਿਲਾਂ ਸਾਰੇ ਗਾਮਾ ਪਾਦਾ ਨੀਸਾ ਸਿਖਾਇਆ ਸੀ, ਫਿਰ ਉਹ ਮਹੀਨਾ ਉਹੀ ਸਿਖਾ ਦਿੰਦੇ ਸਨ। ਉਸ ਤੋਂ ਬਾਅਦ ਅਗਲੀਆਂ ਸਰਗਮਾਂ ਸ਼ੁਰੂ ਹੁੰਦੀਆਂ, ਹੌਲੀ ਹੌਲੀ ਕੀਰਤਨ ਕਰਦਿਆਂ ਉਹ ਗੰਧਰਵ ਬਣ ਜਾਂਦੇ ਨੇ, ਰਾਗੀ ਬਣ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਉਦਾਹਰਨ ਦੇ ਵਿੱਚ ਕਹਿੰਦੇ ਨੇ, ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ। ਹੁਣ ਜਿਹੜੇ ਲੇਖਕ ਨੇ, ਲੇਖਕਾਂ ਨੂੰ ਪੁੱਛੋ ਕਿ ਤੁਸੀਂ ਪਹਿਲੇ ਦਿਨ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ, ਉਹ ਕਹਿਣ ਲੱਗੇ ਨਹੀਂ, ਪਹਿਲੇ ਦਿਨ ਨਹੀਂ, ਪਹਿਲਾਂ ਥੋੜ੍ਹੇ ਅਕਸ਼ਰ ਲਿਖੇ ਸਨ, ਉਹ ਵੀ ਗਲਤ ਹੋ ਗਏ, ਕੱਟ ਦਿੱਤੇ। ਫਿਰ ਉਸ ਤੋਂ ਬਾਅਦ ਥੋੜ੍ਹੇ ਹੋਰ ਲਿਖੇ, ਹੌਲੀ ਹੌਲੀ ਲੇਖ ਲਿਖਦੇ ਗਏ ਤੇ ਲੇਖਕ ਬਣ ਗਏ। ਜਿਹੜੇ ਵਿਦਿਆਰਥੀ PhD ਕਰਦੇ ਨੇ, ਪਹਿਲੇ ਸਮੇਂ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ, ਲੇਕਿਨ ਜਦੋਂ PhD ਦੇ ਥੀਸਿਸ ਕੰਪਲੀਟ ਹੋ ਜਾਂਦੇ ਆ, ਉਹ ਕਮਾਲ ਦੇ ਵਿਦਵਾਨ ਬਣ ਜਾਂਦੇ ਆ। ਲਿਖਦਿਆਂ ਹੀ ਉਹ ਲੇਖਕ ਬਣ ਜਾਂਦੇ ਆ। ਭਾਈ ਸਾਹਿਬ ਜੀ ਅੱਗੇ ਕਹਿੰਦੇ, ਚਾਕਤ ਚਾਕਤ ਚੱਖਦਿਆਂ ਭੋਜਨ ਦੇ ਸਵਾਦ ਦਾ ਪਤਾ ਲੱਗ ਜਾਂਦਾ। ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਲਤ ਚਲਤ ਜੈਸੇ ਪਹੁੰਚਿਆ ਠਿਕਾਣਾ ਜਾਏ। ਚਲਦਿਆਂ ਬੰਦਾ ਪਹਿਲਾ ਕਦਮ ਪੁੱਟਦਾ, ਪਹਿਲੇ ਕਦਮ ਦੇ ਨਾਲ ਮੰਜ਼ਿਲ ਤਾਂ ਨਹੀਂ ਪ੍ਰਾਪਤ ਹੁੰਦੀ, ਲੇਕਿਨ ਮੰਜ਼ਿਲ ਪ੍ਰਾਪਤ ਕਰਨ ਦੇ ਲਈ ਪਹਿਲਾ ਕਦਮ ਪੁੱਟਣਾ ਅਤੀ ਜ਼ਰੂਰੀ ਹੁੰਦਾ। ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਪਹਿਲਾ ਕਦਮ ਪੁੱਟੋਗੇ ਨਹੀਂ ਤੇ ਤੁਹਾਨੂੰ ਮੰਜ਼ਿਲ ਪ੍ਰਾਪਤ ਹੋ ਜਾਏਗੀ। ਮਾਊਂਟ ਐਵਰੈਸਟ ਤੇ ਚੜ੍ਹਨ ਦੇ ਲਈ ਹੇਠਾਂ ਤੋਂ ਪਹਿਲਾ ਕਦਮ ਤੁਹਾਨੂੰ ਪੁੱਟਣਾ ਪਵੇਗਾ, ਫਿਰ ਤੁਸੀਂ ਆਪਣੀ ਮੰਜ਼ਿਲ ਦੇ ਉੱਪਰ ਪਹੁੰਚੋਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਇਸੇ ਤਰ੍ਹਾਂ ਨਿਤਾ ਪ੍ਰਤੀ ਸ਼ਬਦ ਦਾ ਅਭਿਆਸ ਕਰਨਾ ਪੈਂਦਾ ਹੈ, ਨਿਤਾ ਪ੍ਰਤੀ ਸ਼ਬਦ ਨੂੰ ਪੜ੍ਹਨਾ ਪੈਂਦਾ ਹੈ। ਮਨ ਨਹੀਂ ਟਿਕਦਾ, ਇਹਨੂੰ ਫਿਰ ਲਿਆ ਕੇ ਵਿੱਚ ਟਿਕਾਉਣਾ ਪੈਂਦਾ ਹੈ। ਹੌਲੀ ਹੌਲੀ ਇਹੋ ਜਿਹੀ ਬਖਸ਼ਿਸ਼ ਹੋ ਜਾਂਦੀ ਹੈ ਸਾਧ ਸੰਗਤ ਜੀ ਕਿ ਬੰਦਾ ਸ਼ਬਦ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਭਾਈ ਸਾਹਿਬ ਜੀ ਨੇ ਕਿੰਨੀ ਕਮਾਲ ਦੀ ਉਦਾਹਰਨ, ਵੇਖੋ ਕਿੰਨੀਆਂ ਕਮਾਲ ਦੀਆਂ ਉਦਾਹਰਨਾਂ ਦੇ ਦੇ ਕੇ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਤਾਂ ਤੇਰਾ ਹੋਏ ਨਿਰਮਲ ਜੀਓ, ਤਾਂ ਤੇਰਾ ਇਹ ਜਿਹੜਾ ਜੀਓ ਹੈ ਇਹ ਨਿਰਮਲ ਹੋਵੇਗਾ ਜਦੋਂ ਗੁਰੂ ਕਾ ਇਹ ਸ਼ਬਦ ਦਾ ਤੂੰ ਅੰਮ੍ਰਿਤ ਰਸ ਪੀਵੇਂਗਾ। ਸੋਦਤ ਸੋਦਤ ਸੋਦ ਵਿਚਾਰਾ, ਕਹਿਣ ਲੱਗੇ ਮੈਂ ਪਹਿਲਾਂ ਵਿਚਾਰ ਕੀਤੀ, ਵਿਚਾਰ ਕਰਦਿਆਂ ਕਰਦਿਆਂ ਇਸ ਵਿਚਾਰ ਦੇ ਉੱਪਰ ਪਹੁੰਚੇ ਹਾਂ। ਬਿਨ ਹਰ ਭਗਤ ਨਹੀਂ ਛੁਟਕਾਰਾ, ਹਰੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ, ਜਿੱਥੇ ਮਰਜ਼ੀ ਭੱਜ ਕੇ ਵੇਖ ਲਓ। ਸੋ ਹਰ ਭਜਨ ਸਾਧ ਕੈ ਸੰਗ, ਸਾਧ ਸੰਗਤ ਦੇ ਵਿੱਚ ਆ ਕੇ, ਬੰਦਗੀ ਵਾਲਿਆਂ ਦੀ ਸੰਗਤ ਦੇ ਵਿੱਚ ਆ ਕੇ ਉਹ ਭਜਨ ਨੂੰ ਸਿਮਰਨਾ ਚਾਹੀਦਾ ਹੈ। ਸਤ ਸੰਗਤ ਜੀ, ਸਤ ਸੰਗਤ ਦਾ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਜੀ ਨੇ ਬੜੀ ਜਗ੍ਹਾ ਦੇ ਉੱਪਰ ਜ਼ਿਕਰ ਕੀਤਾ ਹੈ, ਸਤ ਸੰਗਤ ਦੇ ਮਹਾਤਮ ਦਾ ਜ਼ਿਕਰ ਕੀਤਾ ਹੈ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਕੇਵਲ ਮੈਂ ਤੁਹਾਡੇ ਨਾਲ ਉਦਾਹਰਨ ਸਾਂਝੀ ਕਰਾਂਗਾ। ਉਦਾਹਰਨ ਕਮਾਲ ਦੀ ਦਿੱਤੀ ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ। ਉਹਨਾਂ ਨੇ ਨਾ ਪ੍ਰਕਿਰਤੀ ਦੀ ਗੱਲ ਕੀਤੀ ਹੈ। ਪ੍ਰਕਿਰਤੀ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਨੇ, 7 ਉਦਾਹਰਨਾਂ ਦਿੱਤੀਆਂ, ਸਾਰੀਆਂ ਪ੍ਰਕਿਰਤੀ ਦੇ ਨਾਲ ਸੰਬੰਧਿਤ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਸੂਰਜ ਚੜ੍ਹਦਾ ਹੈ ਤੇ ਕੁਝ ਜੀਵ ਸੰਸਾਰ ਦੇ ਉੱਪਰ ਪਰਮਾਤਮਾ ਦੇ ਇਹੋ ਜਿਹੇ ਬਣਾਏ ਹੋਏ ਨੇ ਜਿਨ੍ਹਾਂ ਨੂੰ ਰੌਸ਼ਨੀ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਹਨੇਰਾ ਬੜਾ ਚੰਗਾ ਲੱਗਦਾ। ਕਹਿੰਦੇ ਸੂਰਜ ਦੀ ਪਹਿਲੀ ਕਿਰਨ ਜਦੋਂ ਧਰਤੀ ਦੇ ਉੱਪਰ ਪੈਂਦੀ ਹੈ, ਉਹ ਧਰਤੀ ਦੀ ਪਹਿਲੀ ਕਿਰਨ ਨੂੰ ਉੱਲੂ ਨਹੀਂ ਸਹਾਰ ਸਕਦੇ। ਉਹ ਕਹਿੰਦੇ ਫਿਰ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਲੁਕ ਜਾਂਦੇ ਨੇ, ਪਹਾੜਾਂ ਦੇ ਵਿੱਚ, ਰੁੱਖਾਂ ਦੇ ਵਿੱਚ, ਬੋਹੜਾਂ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਜਿਵੇਂ ਆਸਮਾਨ ਦੇ ਉੱਪਰ ਸ਼ਿਕਰਾ ਆ ਜਾਏ ਤੇ ਪੰਛੀਆਂ ਦੇ ਵਿੱਚ ਭੱਜ ਦੌੜ ਸ਼ੁਰੂ ਹੋ ਜਾਂਦੀ ਹੈ। ਪਿੰਡਾਂ ਦੇ ਵਿੱਚ ਅਕਸਰ ਅਸੀਂ ਇਹ ਮਾਹੌਲ ਵੇਖਦੇ ਹੁੰਦੇ ਸਾਂ ਕਿ ਕਦੀ ਸ਼ਿਕਰਾ ਆ ਜਾਣਾ ਤੇ ਪੰਛੀਆਂ ਨੇ, ਘੁੱਗੀਆਂ ਨੇ, ਗਟਾਰਾਂ ਨੇ ਆਸਮਾਨ ਦੇ ਉੱਪਰ ਉੱਡਣਾ ਸ਼ੁਰੂ ਕਰ ਦੇਣਾ। ਕਿਸੇ ਬਜ਼ੁਰਗ ਨੂੰ ਪੁੱਛਣਾ ਕਿ ਬਜ਼ੁਰਗੋ ਇਹ ਕੀ ਹੋਇਆ, ਤੇ ਬਜ਼ੁਰਗਾਂ ਨੇ ਕਹਿਣਾ ਕਿ ਜ਼ਰੂਰ ਆਸਮਾਨ ਦੇ ਉੱਪਰ ਕਿਤੇ ਸ਼ਿਕਰਾ ਆ ਜਾ ਹੋਏਗਾ। ਪੰਛੀ ਉਦੋਂ ਧੀਰ ਨਹੀਂ ਧਰਦੇ, ਦੌੜੇ ਫਿਰਦੇ ਨੇ। ਤੀਜੀ ਉਦਾਹਰਨ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਜੰਗਲ ਦੇ ਵਿੱਚ ਸ਼ੇਰ ਦਹਾੜ ਮਾਰਦਾ ਹੈ, ਉਹਦੀ ਦਹਾੜ ਦੇ ਨਾਲ ਗਿੱਦੜ ਦੌੜੇ ਫਿਰਦੇ ਨੇ, ਉਹਦੀ ਦਹਾੜ ਦੇ ਨਾਲ ਹਿਰਨ ਦੌੜੇ ਫਿਰਦੇ ਨੇ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਕਿ ਜਿਵੇਂ ਹਨੇਰੇ ਦੇ ਵਿੱਚ ਚੋਰ, ਯਾਰ ਤੇ ਹਰਾਮਖੋਰ ਕਿਸਮ ਦੇ ਬੰਦੇ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਨੇ, ਪਰ ਜਦੋਂ ਦਿਨ ਚੜ੍ਹਦਾ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਦਿਖਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਆਸਮਾਨ ਦੇ ਉੱਪਰ ਚੰਨ ਚੜ੍ਹਿਆ ਹੋਵੇ ਤੇ ਬੰਦਾ ਸੋਚੇ ਕਿ ਮੈਂ ਕੁਨਾਲੀ ਦੇ ਨਾਲ ਉਹ ਚੰਨ ਢੱਕ ਲਵਾਂਗਾ, ਭਾਈ ਗੁਰਦਾਸ ਜੀ ਕਹਿੰਦੇ ਨਹੀਂ ਢੱਕ ਸਕਦਾ। ਠੀਕ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰ ਦੇ ਵਿੱਚ ਕਹਿੰਦੇ ਨੇ ਜਿਵੇਂ ਸੂਰਜ ਚੜਿਆ ਤੇ ਉੱਲੂ ਦੌੜ ਗਿਆ, ਕਿਤੇ ਨਹੀਂ ਲੱਭਾ। ਜਿਵੇਂ ਸ਼ੇਰ ਬੁਕਿਆ ਤੇ ਗਿੱਦੜ ਹਿਰਨ ਦੌੜ ਗਏ, ਕਿਤੇ ਨਹੀਂ ਲੱਭੇ। ਕਹਿੰਦੇ ਜਿਵੇਂ ਸ਼ਿਕਰਾ ਆ ਗਿਆ ਤੇ ਪੰਛੀ ਧੀਰ ਨਹੀਂ ਧਰ ਰਹੇ, ਜਿਵੇਂ ਦਿਨ ਚੜ ਗਿਆ ਚੋਰ, ਯਾਰ, ਹਰਾਮਖੋਰ ਕਿਸਮ ਦੇ ਬੰਦੇ ਨਹੀਂ ਲੱਭੇ, ਜਿਵੇਂ ਚੰਦਰਮਾ ਨੂੰ ਕੁਨਾਲੀ ਦੇ ਨਾਲ ਲੁਕਾਇਆ ਨਹੀਂ ਜਾ ਸਕਦਾ। ਭਾਈ ਸਾਹਿਬ ਜੀ ਕਹਿੰਦੇ ਠੀਕ ਇਸੇ ਤਰ੍ਹਾਂ ਸਾਧ ਸੰਗਤ ਕੇ ਦਰਸ਼ਨ ਹੈ, ਕਾਲ ਕਲੇਸ਼ ਸਭ ਬਿਨਸ ਬਿਨਾਹੀ, ਸਾਧ ਸੰਗਤ ਵਿਟੋਂ ਬਲ ਜਾਹੀ। ਕਹਿਣ ਲੱਗੇ ਇਸੇ ਤਰ੍ਹਾਂ ਸਾਧ ਸੰਗਤ ਦੇ ਦਰਸ਼ਨ ਕਰਕੇ ਜਿਹੜੇ ਕਲਾ ਤੇ ਕਲੇਸ਼ ਨੇ ਦੂਰ ਹੋ ਜਾਂਦੇ ਨੇ। ਤੇ ਕਹਿੰਦੇ ਮੈਂ ਸਾਧ ਸੰਗਤ ਤੋਂ ਕੁਰਬਾਨ ਜਾਂਦਾ ਹੈ, ਮੈਂ ਸਾਧ ਸੰਗਤ ਤੋਂ ਬਲਿਹਾਰ ਜਾਂਦਾ ਹਾਂ। ਮਨ ਤਨ ਰਾਪੈ ਹਰ ਕੈ ਰੰਗ, ਸਾਧ ਸੰਗਤ ਕਰਨ ਦੇ ਨਾਲ ਮਨ ਤੇ ਤਨ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਛੋੜ ਸਿਆਣਪ ਬਹੁ ਚਤੁਰਾਈ, ਆਪਣੀਆਂ ਸਿਆਣਪਾਂ ਛੱਡ ਦੇ, ਆਪਣੀ ਚਤੁਰਾਈ ਛੱਡ ਦੇ, ਕਿਉਂਕਿ ਪਰਮਾਤਮਾ ਕੇਵਲ ਭਜਨ ਬੰਦਗੀ ਦੇ ਨਾਲ, ਪਰਮਾਤਮਾ ਕੇਵਲ ਸਹਿਜ ਦੇ ਨਾਲ, ਪਰਮਾਤਮਾ ਭੋਲੇ ਭਾਏ ਮਿਲਦਾ ਹੈ। ਬਾਣੀ ਦੇ ਵਿੱਚ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਨੇ। ਇੱਕ ਛੋਟੀ ਜਿਹੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਯੂਨਾਨ ਦੇ ਇੱਕ ਦਾਰਸ਼ਨਿਕ ਹੋਏ ਨੇ ਜਿਨ੍ਹਾਂ ਦਾ ਨਾਮ ਡਾਇਓਜਨੀਜ਼ ਆਇਆ। ਇਹ ਆਪਣੇ ਆਪ ਦੇ ਵਿੱਚ ਮਸਤ ਰਹਿਣ ਵਾਲੇ ਇਨਸਾਨ ਸਨ। ਕਿਸੇ ਦੇ ਨਾਲ ਕੋਈ ਇਹਨਾਂ ਨੂੰ ਬਹੁਤਾ ਲਗਾਓ ਨਹੀਂ ਸੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮਸਤ ਰਹਿੰਦੇ ਸਨ, ਆਪਣੇ ਆਨੰਦ ਦੇ ਵਿੱਚ ਰਹਿੰਦੇ ਸਨ। ਇਹਨਾਂ ਦਾ ਹੀ ਇੱਕ ਸਮਕਾਲੀ ਤੇ ਇਹਨਾਂ ਦਾ ਇੱਕ ਪਰਮ ਮਿੱਤਰ ਸੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਆਰਟੀਪਿਸ ਆਇਆ। ਉਹਦੀ ਸਰਕਾਰੀ ਦਰਬਾਰੇ ਬੜੀ ਚੱਲਦੀ ਸੀ। ਉਹ ਸਰਕਾਰੀ ਦਰਬਾਰੇ ਚੱਲਦੀ ਸੀ, ਸਰਕਾਰੀ ਦਰਬਾਰੇ ਬੜੀ ਚਾਪਲੂਸੀ ਕਰਦਾ ਸੀ। ਅੱਜ ਕੱਲ੍ਹ ਵੀ ਅਜਿਹੇ ਲੋਕ ਬਹੁਤ ਸਾਰੇ ਮਿਲ ਜਾਣਗੇ ਕਿ ਜਿਹੜੇ ਅਹੁਦੇ ਪ੍ਰਾਪਤ ਕਰਦੇ ਨੇ ਇੱਦਾਂ ਦਾ ਕਾਰਜ ਕਰਕੇ। ਲੇਕਿਨ ਇਹ ਜਿਹੜੇ ਧਾਰਮਿਕ ਇਨਸਾਨ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਸਹਿਜ ਹੁੰਦਾ, ਜਿਨ੍ਹਾਂ ਦੇ ਅੰਦਰ ਚਤੁਰਾਈਆਂ ਨਹੀਂ ਹੁੰਦੀਆਂ, ਜਿਹੜੇ ਸਹਿਜ ਦੇ ਵਿੱਚ ਰਹਿੰਦੇ ਨੇ,
ਉਹ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਦੇ ਨੇ। ਜਿਹੜਾ ਡਾਇਓਜਨੀਸ ਸੀ ਸਾਧ ਸੰਗਤ, ਤੋਂ ਇੱਕ ਵਾਰੀ ਘਰ ਦੇ ਵਿੱਚ ਦਾਲ ਦੇ ਨਾਲ ਪ੍ਰਸ਼ਾਦਾ ਛਕ ਰਿਹਾ, ਤੇ ਇਹਦਾ ਦੂਸਰਾ ਮਿੱਤਰ ਜਿਹਦੀ ਸਰਕਾਰੀ ਦਰਬਾਰੇ ਬੜੀ ਚੱਲਦੀ ਸੀ, ਰਾਜੇ ਦੀ ਹਮੇਸ਼ਾ ਚਾਪਲੂਸੀ ਕਰਿਆ ਕਰਦਾ ਸੀ, ਇਹ ਉਹਦੇ ਕੋਲ ਆ ਗਿਆ ਤੇ ਆ ਕੇ ਕਹਿਣ ਲੱਗਾ, ਡਾਇਓਜਨੀਸ ਕੀ ਫਾਇਦਾ ਜ਼ਿੰਦਗੀ ਜਿਉਣ ਦਾ, ਉਹ ਰਾਜੇ ਦੀ ਖੁਸ਼ਾਮਦ ਕਰਿਆ ਕਰ, ਉਹ ਰਾਜੇ ਦੀ ਵਾਹੋ ਵਾਹੀ ਕਰਿਆ ਕਰ, ਰਾਜੇ ਦੀ ਬੱਲੇ ਬੱਲੇ ਕਰਿਆ ਕਰ, ਵਧੀਆ ਪਦਾਰਥ ਛਕੇਂਗਾ, ਸੋਹਣੀ ਜ਼ਿੰਦਗੀ ਜਿਵੇਂਗਾ, ਦਾਲ ਦੇ ਨਾਲ ਰੋਟੀ ਖਾਣ ਡਿਆ ਕੀ ਫਾਇਦਾ, ਕਿਵੇਂ ਗੁਜ਼ਾਰਾ ਕਰ ਰਿਹਾ। ਤੇ ਡਾਇਓਜਨੀਸ ਨੇ ਅੱਗੋਂ ਪਤਾ ਕੀ ਕਿਹਾ ਸੀ, ਕਹਿਣ ਲੱਗਾ, ਮੇਰੇ ਦੋਸਤ ਦਾਲ ਦੇ ਨਾਲ ਪ੍ਰਸ਼ਾਦਾ ਛਕਣ ਦੀ ਤੂੰ ਵੀ ਕਿਤੇ ਆਦਤ ਪਾ ਲੈ, ਤੈਨੂੰ ਕਿਸੇ ਰਾਜੇ ਦੀ ਚਾਪਲੂਸੀ ਨਹੀਂ ਕਰਨੀ ਪਵੇਗੀ। ਮਤਲਬ ਜਿਹੜੇ ਅੰਦਰੋਂ ਚੇਤਨ ਹੁੰਦੇ ਨੇ, ਸਹਿਜ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਚਤੁਰਾਈਆਂ ਦੇ ਨਾਲ, ਉਹਨਾਂ ਨੂੰ ਸਿਆਣਪਾਂ ਦੇ ਨਾਲ ਕੋਈ ਮਤਲਬ, ਕੋਈ ਵਾਸਤਾ ਨਹੀਂ ਹੁੰਦਾ, ਉਹ ਹਮੇਸ਼ਾ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਨੇ। ਮਨ ਬਿਨ ਹਰ ਨਾਵੈ ਜਾਏ ਨਾ ਖਾਈ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨ ਦੇ ਵਿੱਚੋਂ ਭਰਮ ਦਾ ਜਾਲਾ ਦੂਰ ਨਹੀਂ ਹੁੰਦਾ। ਦਇਆ ਧਾਰੀ ਗੋਬਿੰਦ ਗੋਸਾਈ। ਧਰਤੀ ਦਾ ਮਾਲਕ ਗੋਬਿੰਦ ਬੜੀ ਦਇਆ ਕਰਨ ਵਾਲਾ ਹੈ, ਬੜੀ ਕਿਰਪਾ ਕਰਨ ਵਾਲਾ ਹੈ। ਉਹਦੀ ਪਾਤਰਤਾ ਦਾ ਤੂੰ ਆਨੰਦ ਲੈ, ਉਹਦੀ ਬਖਸ਼ਿਸ਼ ਦਾ ਤੂੰ ਲੁਤਫ ਲੈ, ਉਹਦੇ ਵੱਲ ਆਪਣਾ ਮੁਖੜਾ ਕਰ, ਆਪਣਾ ਪਾਤਰ ਬਣਾ, ਆਪਣੀ ਝੋਲੀ ਅੱਡ, ਕਿਉਂਕਿ ਉਹ ਹਮੇਸ਼ਾ ਰਹਿਮਤਾਂ ਵਰਤਾ ਰਿਹਾ, ਉਹ ਹਮੇਸ਼ਾ ਬਖਸ਼ਿਸ਼ਾਂ ਵਰਤਾ ਰਿਹਾ ਹੈ। ਹਰ ਹਰ ਨਾਨਕ ਟੇਕ ਟਿਕਾਈ। ਉਹ ਪਰਮਾਤਮਾ ਦੀ ਕਿਰਪਾ ਜਦੋਂ ਹੁੰਦੀ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਤੇ ਨਾਨਕ ਜੀ ਕਹਿੰਦੇ ਹਨ, ਤੇ ਮਨ ਦੇ ਵਿੱਚ ਟੇਕ ਆ ਜਾਂਦੀ ਹੈ, ਮਨ ਦੇ ਵਿੱਚ ਧਰਵਾਸ ਆ ਜਾਂਦਾ ਹੈ। ਸਾਧ ਸੰਗਤ ਜੀ, ਤੁਹਾਡੀ ਜੋੜੇ ਝਾੜਨ ਵਾਲੀ ਸੰਸਥਾ, ਤੁਹਾਡੀ ਸੇਵਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸ਼੍ਰੀ ਪੰਜਾ ਸਾਹਿਬ ਤੇ ਗੁਰੂ ਕਾ ਬਾਗ ਦਾ ਮੋਰਚਾ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਇਹ ਸ਼ਤਾਬਦੀ ਦੇ ਸਬੰਧ ਦੇ ਵਿੱਚ ਸਾਧ ਸੰਗਤ ਜੀ, ਪੂਰੇ ਪੰਜਾਬ ਹੀ ਨਹੀਂ ਬਲਕਿ ਭਾਰਤ ਭਰ ਦੇ ਵਿੱਚ ਗੁਰਮਤਿ ਕੈਂਪ ਧਰਮ ਪ੍ਰਚਾਰ ਕਮੇਟੀ ਵੱਲੋਂ ਲਗਾਏ ਗਏ, ਜਿਨ੍ਹਾਂ ਦੇ ਵਿੱਚ ਅਸੀਂ ਵੀ ਸ਼ਿਰਕਤ ਕੀਤੀ। ਮੈਂ ਤੁਹਾਨੂੰ ਇੱਕ ਖਾਸ ਤੇ ਖੁਸ਼ ਹੋਣ ਵਾਲੀ ਗੱਲ ਕਰਨ ਲੱਗਾ, ਫਿਰ ਅਸੀਂ ਸਮਾਪਤੀ ਵਾਲੇ ਪਾਸੇ ਹੋਈਏ। ਸਾਧ ਸੰਗਤ ਜੀ, ਲਗਭਗ 30,000 ਬੱਚੇ ਨੇ ਉਹਦੇ ਵਿੱਚ ਹਿੱਸਾ ਲਿਆ, ਤੇ 30,000 ਬੱਚਿਆਂ ਦੇ ਵਿੱਚੋਂ 12,000 ਬੱਚੇ ਅਜਿਹੇ ਸਨ ਜਿਨ੍ਹਾਂ ਨੂੰ ਜਾਂਚ ਆ ਗਈ ਕਿ ਗੁਰੂ ਸਾਹਿਬ ਜੀ ਦੀ ਹੁਕਮਨਾਮਾ ਕਿਵੇਂ ਲੈਣਾ ਹੈ, ਗੁਰੂ ਸਾਹਿਬ ਜੀ ਦੀ ਅਰਦਾਸ ਕਿਵੇਂ ਕਰਨੀ ਹੈ, ਗੁਰਦੁਆਰਾ ਸਾਹਿਬ ਜੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਲੋੜ ਹੈ ਅੱਜ ਉਹਨਾਂ ਬੱਚਿਆਂ ਨੂੰ ਸੰਭਾਲਣ ਦੀ, ਤੇ ਮੈਂ ਪ੍ਰਬੰਧਕ ਸੱਜਣਾ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ ਕਿ ਅਜਿਹੇ ਬੱਚਿਆਂ ਨੂੰ ਹੱਲਾਸ਼ੇਰੀ ਦੇ ਕੇ ਅਸੀਂ ਗੁਰੂ ਘਰ ਦਾ ਪ੍ਰਬੰਧ ਇਹਨਾਂ ਨੂੰ ਸੌਂਪੀਏ, ਤਾਂ ਜੋ ਉਹ ਗੁਰੂ ਘਰ ਦੀ ਸੇਵਾ ਕਰਨ, ਚੰਗੇ ਤੇ ਯੋਗ ਪ੍ਰਬੰਧਕ ਬਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕੈਂਪ ਲਗਾਏ ਗਏ। ਸਾਧ ਸੰਗਤ ਜੀ, ਹੁਣ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ 6, 7 ਅਤੇ 8 ਅਗਸਤ ਨੂੰ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਸਾਡੇ ਪੁਰਖਿਆਂ ਦੀਆਂ ਉਹ ਸ਼ਹਾਦਤਾਂ, ਜਿਨ੍ਹਾਂ ਸ਼ਹਾਦਤਾਂ ਦੇ ਬਾਰੇ ਅੰਗਰੇਜ਼ ਲਿਖਾਰੀਆਂ ਨੇ ਵੀ ਇਹ ਗੱਲ ਲਿਖੀ ਕਿ ਇਹ ਜਦੋਂ ਡਾਂਗਾ ਖਾ ਰਹੇ ਸਨ ਤੇ ਡਾਂਗਾ ਖਾਂਦਿਆਂ ਐਵੇਂ ਪ੍ਰਤੀਤ ਹੋ ਰਹੇ ਸਨ ਕਿ ਇਹਨਾਂ ਵਰਗਾ ਦੁਨੀਆ ਦੇ ਉੱਪਰ ਸੱਤਿਆਗ੍ਰਹੀ ਵੀ ਕੋਈ ਨਹੀਂ ਹੋ ਸਕਦਾ, ਸਿੱਖਾਂ ਵਰਗਾ ਦੁਨੀਆ ਦੇ ਉੱਪਰ ਬਹਾਦਰ ਵੀ ਕੋਈ ਨਹੀਂ ਹੋ ਸਕਦਾ, ਸੂਰਮਾ ਵੀ ਕੋਈ ਨਹੀਂ ਹੋ ਸਕਦਾ, ਤੇ ਸਿੱਖਾਂ ਵਰਗਾ ਦੁਨੀਆ ਦੇ ਉੱਪਰ ਸੱਤਿਆਗ੍ਰਹੀ ਵੀ ਕੋਈ ਨਹੀਂ ਹੋ ਸਕਦਾ। ਸੋ ਸਾਧ ਸੰਗਤ ਜੀ, ਆਓ ਅਖੀਰਲੀਆਂ 2 ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ। ਦਇਆ ਧਾਰੀ ਗੋਬਿੰਦ ਗੋਸਾਈ। ਹਰ ਹਰ ਨਾਨਕ ਟੇਕ ਟਿਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।